बिस्मिल्लाहिर्रहमानिर्रहीम अस्सलाम वालेकुम। की हाल है तुहाडा? तुसी खैरियत नाल हो, ठीक ठाक हो, तगड़े हो? अल्लाह करे कि तुहाडे आले दुआले बहुत सारियां खुशियां वसदियां रहन और तुसी सारे बहुत राजी रहो। कहंदे ने कि पाकिस्तान ਉਂਝ ਤੇ दुनिया के नक्शे ते 1947 ਵਿੱਚ ਉਭਰਿਆ, लेकिन पाकिस्तान ने अपने होण ਦਾ सबूत पूरी दुनिया ਨੂੰ ਦਿੱਤਾ 1965 ਦੇ ਵਿੱਚ। बिल्कुल 1965 एक ਅਜਿਹਾ दिन और एक ਅਜਿਹਾ वक्त, एक ਅਜਿਹਾ मौसम, ਸਤੰਬਰ ਦਾ ਮਹੀਨਾ, ਇਹੋ ਹੀ ਅੱਜ ਦੀ ਦਿਹਾੜ ਜਦੋਂ ਸਾਡੇ ਤੋਂ ਕਈ ਗੁਣਾ ਵੱਡੇ ਦੁਸ਼ਮਣ ਨੇ ਪਾਕਿਸਤਾਨ ਤੇ ਹਮਲਾ ਕੀਤਾ ਔਰ ਪਾਕਿਸਤਾਨੀ ਅਫਵਾਜ ਦੇ ਨਾਲ ਪਾਕਿਸਤਾਨੀ ਆਵਾਮ ਨੇ ਉਹਨਾਂ ਨੂੰ ਦੱਸਿਆ ਕਿ ਨਹੀਂ ਅਸੀਂ ਆਪਣੇ ਮਾਦਰੀ ਵਤਨ ਦੀ ਹਿਫਾਜ਼ਤ ਕਰਨਾ ਜਾਣਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਆਪਣੀਆਂ ਮਾਵਾਂ ਦੀ, ਆਪਣੀਆਂ ਭੈਣਾਂ ਦੀ, ਆਪਣੀਆਂ ਧੀਆਂ ਦੀ ਰਾਖੀ ਕਰ ਸਕਦੇ ਹਾਂ, ਬਿਲਕੁਲ ਉਸੇ ਤਰ੍ਹਾਂ ਅਸੀਂ ਆਪਣੀ ਇਸ ਮਾਦਰੀ ਵਤਨ ਦੀ ਵੀ ਰਾਖੀ ਕਰਨਾ ਜਾਣਦੇ ਹਾਂ। ਇੱਕ ਅਜਿਹਾ ਦਿਨ ਜਿਹੜਾ ਸਾਡੀ ਤਾਰੀਖ ਦੇ ਵਿੱਚ ਹਮੇਸ਼ਾ ਜਗਮਗਾਉਂਦਾ ਰਹੇਗਾ। ਇਸ ਤਾਰੀਖ ਸਾਜ਼ ਦਿਨ ਦੇ ਹਵਾਲੇ ਦੇ ਨਾਲ ਸਾਡੇ ਬਹੁਤ ਸਾਰੇ ਫਨਕਾਰਾਂ ਨੇ ਵੀ ਆਪਣਾ ਆਪਣਾ ਹਿੱਸਾ ਪਾਇਆ ਔਰ ਪੂਰੀ ਦੁਨੀਆ ਨੂੰ ਦੱਸਿਆ ਕਿ ਹਾਂ ਅਸੀਂ ਇੱਕ ਗਯੂਰ ਕੌਮ ਦੇ ਫਨਕਾਰ ਹਾਂ। ਤੁਹਾਨੂੰ ਸਭ ਨੂੰ ਯੌਮ ਦਿਫਾ ਬਹੁਤ ਬਹੁਤ ਮੁਬਾਰਕ। ਮੇਰਾ ਨਾਮ ਰਿਆਜ਼ ਖਾਨ ਔਰ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡੇ ਨਾਲ ਸਤੰਬਰ ਸਪੈਸ਼ਲ ਹੈ, 6 ਸਤੰਬਰ ਸਪੈਸ਼ਲ ਹੈ, ਤੁਹਾਨੂੰ ਸਭ ਨੂੰ ਜੀ ਆਇਆਂ ਨੂੰ। ਔਰ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਮਾਹਮ ਬਟ। ਸਭ ਤੋਂ ਪਹਿਲੇ ਤੇ अस्सलाम वालेकुम, ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਸਾਡੇ ਨਾਲ। ਜਿਵੇਂ ਰਿਆਜ਼ ਸਾਹਿਬ ਨੇ ਦੱਸਿਆ ਕਿ ਅੱਜ ਦਾ ਦਿਨ ਅਸੀਂ ਬਿਲਕੁਲ ਨਹੀਂ ਭੁੱਲ ਸਕਦੇ ਤੇ ਇੱਕ ਛੋਟੇ ਜਿਹੇ ਸ਼ੇਰ ਦੇ ਨਾਲ ਮੈਂ ਇਹਦਾ ਆਗਾਜ਼ ਕਰਾਂਗੀ। इकबाल की शहीन को सलाम, ए पाक वतन तेरे रखवालों को सलाम। बिल्कुल इंज ही है, साड़ी पाक फौज ने 6 सतंबर 1965 की जंग जिमें नुमाया कारकरदगी की, अपनी धरती आस्ते जिन्नियां कुर्बानियां दित्तियां। पाक फौज नू सलाम, हर उस शख्स नू सलाम जिन्हें इस जंग साबित करता कि हाँ पाकिस्तान एक आज़ाद मुल्क है ते पाकिस्तानी एक आज़ाद कौम है। इसी गल नाल असी प्रोग्राम का आगाज़ करांगे ते जिमें रियाज साहब ने पहले आखिया तुहानू प्रोग्राम के आगाज़ ही कि हर फनकार ने अपना एक किरदार अदा किया है हर एक मौके ते बिल्कुल किवें हो सकता है कि पाकिस्तान के योम दफा वाले दिन साढ़े फनकार पिछे रह जान। तो अज के जोड़े फनकार साढ़े कोल इस वेले मौजूद ने वो भी अपना भरपूर ये नुमाया हिस्सा पाएंगे इस दिन तो साढ़े प्रोग्राम की रौनक नूं होर भी वधाणगे। अच्छा मां, ਇਹੋ ਹੀ ਲਾਹੌਰ ਸੀ 6 ਸਤੰਬਰ 1965 ਸੀ ਜਦੋਂ ਸਾਡੇ ਹਮਸਾਇਆ ਮੁਲਕ ਦੇ ਫੌਜਾਂ ਨੇ ਇਹ ਫੈਸਲਾ ਕਰ ਲਿੱਤਾ ਕਿ ਜਨਾਬ ਅਸੀਂ ਨਾਸ਼ਤਾ ਜਿਹੜਾ ਹੈ ਉਹ ਇੱਥੇ ਆ ਕੇ ਕਰਨਾ ਹੈ ਲਾਹੌਰ ਦੇ ਵਿੱਚ। ਲੇਕਿਨ ਪਾਕਿਸਤਾਨੀ ਅਫਵਾਜ ਔਰ ਪਾਕਿਸਤਾਨੀ ਆਵਾਮ ਬਿਲਕੁਲ ਬੇਦਾਰ ਸਨ। ਉਹਨਾਂ ਨੇ ਕਿਹਾ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਮੁਮਕਿਨ ਨਹੀਂ ਹੈ। ਅਸੀਂ ਲੜਨਾ ਜਾਣਦੇ ਹਾਂ, ਅਸੀਂ ਮਰਨਾ ਜਾਣਦੇ ਹਾਂ ਔਰ ਅਸੀਂ ਆਪਣੀ ਹਿਫਾਜ਼ਤ ਕਰਨਾ ਜਾਣਦੇ ਹਾਂ। ਫਨਕਾਰ ਆਪਣੀ ਜ਼ਾਤ 'ਚ ਕਾਇਨਾਤ ਹੁੰਦੇ ਨੇ ਔਰ ਕਾਇਨਾਤ ਨੂੰ ਆਪਣੇ ਫਨ ਦੀਆਂ ਤਜੱਲੀਆਂ ਨਾਲ ਮੁਨੱਵਰ ਕਰਨਾ ਉਹਨਾਂ ਦੀ ਫਿਤਰਤ ਵਿੱਚ ਸ਼ਾਮਿਲ ਹੁੰਦਾ ਹੈ। ਬਹੁਤ ਸਾਰੇ ਫਨਕਾਰ ਅਜਿਹੇ ਜਿਨ੍ਹਾਂ ਨੇ ਆਪਣਾ ਆਪਣਾ ਹਿੱਸਾ ਪਾਇਆ 1965 ਦੀ ਜੰਗ ਦੇ ਵਿੱਚ ਇਸ ਹਵਾਲੇ ਨਾਲ ਕਿ ਉਹਨਾਂ ਨੇ ਹੌਸਲਾ ਦਿੱਤਾ ਆਪਣੀ ਕੌਮ ਨੂੰ, ਉਹਨਾਂ ਨੇ ਹੌਸਲਾ ਵਧਾਇਆ ਅਫਵਾਜ ਪਾਕਿਸਤਾਨ ਦਾ ਔਰ ਉਹਨਾਂ ਨੇ ਸਾਬਤ ਕੀਤਾ ਕਿ ਹਾਂ ਅਸੀਂ ਜਿੱਥੇ ਵੀ ਆਵਾਂ ਅਸੀਂ ਆਪਣਾ ਆਪਣਾ ਕਿਰਦਾਰ ਭਰਪੂਰ ਅੰਦਾਜ਼ 'ਚ ਅਦਾ ਕਰਾਂਗੇ। ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਮ ਜਨਾਬ ਸ਼ੌਕਤ ਅਲੀ। ਸ਼ੌਕਤ ਅਲੀ ਸਾਹਿਬ ਦੇ ਹਵਾਲੇ ਨਾਲ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਅਗਰ ਪਾਕਿਸਤਾਨ 'ਚ ਬਣਨ ਵਾਲੇ ਜਿਹੜੇ ਮਿਲੀ ਨਗਮੇ ਨੇ, ਜੰਗੀ ਤਰਾਨੇ ਨੇ, ਉਹਨਾਂ ਨੂੰ ਇਕੱਠਾ ਕੀਤਾ ਜਾਵੇ ਤੇ ਇੰਡੀਵਿਜੂਅਲ ਆਰਟਿਸਟ ਦੇ ਖਾਤੇ 'ਚ ਪਾਏ ਜਾਣ ਤੇ ਮੇਰਾ ਖਿਆਲ ਹੈ ਸ਼ੌਕਤ ਅਲੀ ਸਾਹਿਬ ਕਿਤੇ ਨਾ ਕਿਤੇ ਉੱਤੇ ਕਰਕੇ ਉਸ ਲਿਸਟ ਦੇ ਵਿੱਚ ਜਗਮਗਾਉਂਦੇ ਹੋਣਗੇ। ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਬਹੁਤ ਸਾਰੇ ਅਜਿਹੇ ਮਿਲੀ ਨਗਮੇ, ਜੰਗੀ ਤਰਾਨੇ ਜਿਹੜੇ ਅੱਜ ਵੀ ਸਾਡੇ ਆਲ ਦੁਆਲੇ ਗੂੰਜਦੇ ਨੇ, ਅਸੀਂ ਬਿਲਕੁਲ ਉਹਨਾਂ ਨੂੰ ਜ਼ਰੂਰ ਯਾਦ ਕਰਾਂਗੇ ਔਰ ਉਹਨਾਂ ਦੀ ਖੁਸ਼ਬੂ ਬਿਲਕੁਲ ਸਾਡੇ ਕੋਲ ਹੈ। ਜਨਾਬ ਇਮਰਾਨ ਸ਼ੌਕਤ ਅਲੀ, ਉਹਨਾਂ ਨੂੰ ਜੀ ਆਇਆਂ ਨੂੰ ਵੀ ਆਖਦੇ ਹਾਂ ਤੇ ਨਾਲੇ ਉਹਨਾਂ ਨੂੰ ਕਹਿੰਦੇ अस्सलाम वालेकुम। बिस्मिल्लाह वालेकुम सलाम। मैं बहुत शुक्रगुजार हाँ पाकिस्तान टैलीविजन का और रियाज खान साहब ਤੁਹਾਡਾ ਇੰਨੇ ਸੋਹਣਾ ਲਫ਼ਜ਼ਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਯਾਦ ਫਰਮਾਇਆ। ਜ਼ਿੰਦਾ ਹੈ ਪਾਕਿਸਤਾਨ ਤੇ ਅਸੀਂ ਸਭ ਜ਼ਿੰਦਾ ਵਾਂ, ਸਭ ਕੁਛ ਇਸ ਜ਼ਮੀਨ ਦਾ ਸਦਕਾ ਹੈ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇੱਕ ਐਸੇ ਘਰ 'ਚ ਪੈਦਾ ਹੋਇਆ ਕਿ ਜਿੱਥੇ ਸਾਨੂੰ ਵਤਨ ਦੇ ਨਾਲ ਮੁਹੱਬਤ ਉਹ ਗੁੜਤੀ ਦੇ ਨਾਲ ਮਿਲੀ। ਵਾਹ, ਜੋ ਇਸ਼ਕ ਸਾਡੇ ਵਾਲਿਦ ਸਾਹਿਬ ਦੇ ਅੰਦਰ ਸੀ ਉਹ ਉਹਨਾਂ ਨੇ ਆਪਣੀ ਸਾਰੀ ਔਲਾਦ ਦੇ ਵਿੱਚ ਵਤਨ ਦੇ ਨਾਲ ਮੁਹੱਬਤ ਦਾ ਜਜ਼ਬਾ ਜਿਹੜਾ ਉਸੇ ਤਰ੍ਹਾਂ ਪਾਇਆ। ਅੱਛਾ, ਸ਼ੌਕਤ ਅਲੀ ਸਾਹਿਬ ਨਾਲ ਮੇਰੀ ਚੂੰਕਿ ਜ਼ਾਤੀ ਤੌਰ 'ਤੇ ਬਹੁਤ ਸਾਰੀਆਂ ਮੁਲਾਕਾਤਾਂ ਨੇ, ਤੁਸੀਂ ਗਵਾਹ ਹੋ ਇਸ ਗੱਲ ਦੇ। ਉਹ ਹਮੇਸ਼ਾ ਇਸ ਧਰਤੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਔਰ ਜਦੋਂ ਜਿੱਥੇ ਵੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਉਹਨਾਂ ਨੇ ਇਸ ਧਰਤੀ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ। ਉਹ ਕੰਸਰਟ ਜਿਹੜਾ ਮਰਜ਼ੀ ਹੋਵੇ ਉਹਦੇ ਵਿੱਚ ਉਹ ਮਿਲੀ ਨਗਮੇ ਜ਼ਰੂਰ ਪੜ੍ਹਦੇ ਹੁੰਦੇ ਸਨ, ਜ਼ਰੂਰ ਗਾਉਂਦੇ ਸਨ। ਆਪਣੇ ਦੇਸ਼ ਦੀ ਗੱਲ ਉਹਨਾਂ ਨੇ ਹਮੇਸ਼ਾ ਕੀਤੀ, ਬਲਕਿ ਉਹਨਾਂ ਦਾ ਲਿਖਿਆ ਇੱਕ ਮਾਈਆ ਜਿਹੜਾ ਨਾ ਮੈਨੂੰ ਜਨਾਬ ਇਸ ਵੇਲੇ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਮੈਂ ਚਾਹ ਰਿਹਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ कि ज़मीन दे नाल अपनी वतन की ज़मीन दे नाल जिहड़ा इश्क सी वो लिखते हैं शौकत अली साहब कि वे को सुरख गुलाब होवे
ਵੇ ਕੋਈ ਸੁਰਖ ਗੁਲਾਬ ਹੋਵੇ ਤੇ ਰੱਬਾ ਤੇਰੇ ਕੋਲ ਆਈਏ ਸ਼ਾਲਾ ਉਥੇ ਵੀ ਪੰਜਾਬ ਹੋਵੇ। ਪੰਜਾਬ ਹੋਵੇ, ਕੀ ਬਾਤ ਹੈ। ਆਪਣੇ ਦੇਸ਼ ਦੀ ਮਿੱਟੀ ਦੇ ਨਾਲ ਜਿਹੜਾ ਇਸ਼ਕ ਹੈ ਉਹ ਇਸ ਤਰ੍ਹਾਂ ਉਹਨਾਂ ਨੇ ਸੋਹਣੀ ਗੱਲ ਕੀਤੀ ਹੈ ਕਿ ਉਹਨਾਂ ਨੇ ਗੁੜਤੀ 'ਚ ਤੁਹਾਨੂੰ ਪਾਕਿਸਤਾਨੀਅਤ ਔਰ ਪਾਕਿਸਤਾਨ ਨਾਲ ਮੁਹੱਬਤ ਦਿੱਤੀ। ਮੇਰੀ ਇਹ ਗੱਲ ਨਾਲ ਤੁਸੀਂ ਇਤਫਾਕ ਕਰੋਗੇ ਕਿ ਉਹਨਾਂ ਨੇ ਮਿਲੀ ਨਗਮੇ ਬਹੁਤ ਸਾਰਾ ਕੁਝ ਉਹਨਾਂ ਨੇ ਪੜ੍ਹਿਆ, ਬਹੁਤ ਸਾਰਾ ਕੁਝ ਉਹਨਾਂ ਨੇ ਗਾਇਆ, ਲੇਕਿਨ ਉਹਨਾਂ ਨੇ ਮਿਲੀ ਨਗਮੇ ਬਹੁਤ ਸਾਰੇ ਗਾਏ, ਉਹਦੀ ਖਾਸ ਵਜ੍ਹਾ? ਅਲਹਮਦੁਲਿਲਾ ਮੈਨੂੰ ਐਗਜ਼ੈਕਟ ਇਸ ਵੇਲੇ ਉਹਦੀ ਤਾਦਾਦ ਜਿਹੜੀ ਹੈ ਉਹ ਯਾਦ ਨਹੀਂ, ਮਗਰ ਜਿੰਨਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਮੇਰਾ ਖਿਆਲ ਹੈ ਪਾਕਿਸਤਾਨ ਦੇ ਸਭ ਤੋਂ ਸਫੇ ਅਵਲ ਦੇ ਆਰਟਿਸਟ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਿਲੀ ਨਗਮੇ ਗਾਏ। ਮੇਰਾ ਖਿਆਲ ਉਹਨਾਂ ਨੂੰ ਯਾਦ ਕਰਨੇ ਆ ਔਰ ਉਹਨਾਂ ਦਾ ਹੀ ਗਾਇਆ ਹੋਇਆ ਕੋਈ ਵੀ ਮਿਲੀ ਨਗਮੇ ਸਾਰੇ ਚੰਗੇ ਹੁੰਦੇ ਨੇ, ਕੌਮੀ ਤਰਾਨੇ ਸਾਰੇ ਚੰਗੇ ਹੁੰਦੇ ਨੇ, ਤੇ ਜਿਹੜਾ ਵੀ ਤੁਹਾਡੇ ਆਪਣੇ ਦਿਲ ਦੇ ਨੇੜੇ ਹੈ, ਤੁਹਾਡਾ ਫੇਵਰੇਟ ਹੈ, ਉਹਨਾਂ ਦੀ ਕੋਈ ਵੀ ਪੜ੍ਹੀ ਹੋਈ ਚੀਜ਼, ਮੈਂ ਉਹਨੂੰ ਗਾਈ ਹੋਈ ਨਹੀਂ ਕਹਾਂਗਾ, ਮੈਂ ਕਹਾਂਗਾ ਪੜ੍ਹੀ ਹੋਈ ਚੀਜ਼ ਤੁਸੀਂ ਪੇਸ਼ ਕਰੋ। ਮੈਂ ਤੁਹਾਡੀ ਨਜ਼ਰ ਕਰਨਾ ਕੋਈ ਰੀਸ ਨਾ ਪਾਕਿਸਤਾਨ ਦੀ, ਇਹਦੀ ਕੋਈ ਨਾ ਹੋਰ ਮਿਸਾਲ, ਇਹ ਖਾਸ ਇਨਾਇਤ ਰੱਬ ਦੀ, ਇਹ ਖਾਸ ਇਨਾਇਤ ਰੱਬ ਦੀ, ਓਏ ਦੀ ਰਹਿਮਤ ਦਮ ਦਮ ਨਾਲ, ਕੋਈ ਰੀਸ ਨਾ ਪਾਕਿਸਤਾਨ ਦੀ, ਇਹਦੀ ਕੋਈ ਨਾ ਹੋਰ ਮਿਸਾਲ, ਕੋਈ ਰੀਸ ਨਾ ਪਾਕਿਸਤਾਨ ਦੀ, ਇਹਦੀ ਕੋਈ ਨਾ ਹੋਰ ਮਿਸਾਲ, ਇਹ ਖਾਸ ਇਨਾਇਤ ਰੱਬ ਦੀ, ਇਹ ਖਾਸ ਇਨਾਇਤ ਰੱਬ ਦੀ, ਓਏ ਇਹਦੀ ਰਹਿਮਤ ਦਮ ਦਮ ਨਾਲ, ਕੋਈ ਰੀਸ ਨਾ ਪਾਕਿਸਤਾਨ ਦੀ, ਇਹਦੀ ਕੋਈ ਨਾ ਹੋਰ ਮਿਸਾਲ। ਗਲੀ ਪਤਾ ਸੇ ਵੰਡਦਾ, ਇੱਥੇ ਆਵੇ ਹਾਸੇ ਵੰਡਦਾ, ਹਰ ਗਲੀ ਪਤਾ ਸੇ ਵੰਡਦਾ, ਇੱਥੇ ਆਵੇ ਹਾਸੇ ਵੰਡਦਾ, ਇਹਦਾ ਵੱਖਰਾ ਰੂਪ ਜਮਾਲ, ਇਹਦੀ ਕੋਈ ਨਾ ਹੋਰ ਮਿਸਾਲ, ਕੋਈ ਰੀਸ ਨਾ ਪਾਕਿਸਤਾਨ
क्या बात है कि मेरी ज़मीन तेरे आसमां की खैर रहे, तेरे मल्लाह तेरे दरबां की खैर रहे, और दुआएं दिल के दरीचे से लब पे आती हैं कि खैर मेरे वतन मेरी माँ की खैर रहे। ये धरती साडी माँ है ना, ते मावां ते सारियां ही सोहणियां हुंदियां ने, ते साडी ते भाई धरती बहुत ही खास है। और ਇਹਦੇ ਲਈ ਬਹੁਤ ਸਾਰਾ ਸ਼ੁਕਰੀਆ ਉਹਨਾਂ ਸ਼ਾਇਰਾਂ ਦਾ, ਇਹਦੇ ਲਈ ਬਹੁਤ ਸਾਰਾ ਸ਼ੁਕਰੀਆ ਉਹਨਾਂ ਮੌਸੀਕਾਰਾਂ ਦਾ, ਉਹਨਾਂ ਗੁਲੂਕਾਰਾਂ ਦਾ, ਜਿਨ੍ਹਾਂ ਨੇ ਸਾਨੂੰ ਸੋਹਣੇ ਬੜੇ ਗੀਤ ਦਿੱਤੇ ਨੇ, ਔਰ ਅਸੀਂ ਇਹਨਾਂ ਨੂੰ ਗਾਉਂਦੇ ਹਾਂ ਤੇ ਨਾਲ ਨਾਲ ਝੂਮਦੇ ਹਾਂ, ਨਾਲ ਨਾਲ ਆਪਣੀ ਧਰਤੀ ਦੀਆਂ ਤਾਰੀਫਾਂ ਕਰਨੇ ਆ। ਤੁਹਾਡੀ ਤਾਰੀਫ ਮੈਂ ਕਰਦੀ ਸੀ, ਲੇਕਿਨ ਮੇਰੇ ਜਿਹੜੇ ਬੇਲੀ ਬੈਠੇ ਨੇ ਨਾਲ ਵਾਲੇ, ਇਹਨਾਂ ਦੇ ਮੈਂ ਤਾਰਫ ਨਹੀਂ ਸਾ ਕਰਵਾ ਸਕਿਆ। ਸ਼ਹਿਜ਼ਾਦ ਅਲੀ ਸਾਹਿਬ ਇਸ ਵੇਲੇ ਸਾਡਾ ਕੀਬੋਰਡ ਤੇ ਸਾਥ ਦੇ ਰਹੇ ਨੇ। ਸ਼ਹਿਜ਼ਾਦ ਬਹੁਤ ਸ਼ੁਕਰੀਆ ਤੁਹਾਡਾ। ਮੁਹਸਿਨ ਅब्बास ਤੁਸੀਂ ਹਮੇਸ਼ਾ ਹੀ ਵੰਜਲੀ ਬਹੁਤ ਸੋਹਣੀ ਵਜਾਉਂਦੇ ਹੋ, ਜਿਉਂਦੇ ਬਚੇ ਰਹੋ। ਸ਼ਾਹਿਦ ਖਾਨ ਢੋਲਕ ਤੇ ਅੱਜ ਵੀ ਤੁਸੀਂ ਸਾਡਾ ਸਾਥ ਦੇ ਰਹੇ ਹੋ। ਜੁਗੂ ਖਾਨ ਦੇ ਤੇ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹੇ ਨੇ, ਜਿਹੜਾ ਬਹੁਤ ਸੋਹਣਾ ਤਬਲਾ ਵਜਾ ਕੇ ਤੇ ਸਾਡੇ ਫਨਕਾਰਾਂ ਦਾ ਹੋਰ ਵੀ ਉਹਦੇ 'ਚ ਵਾਧਾ ਕਰਦੇ ਨੇ, ਉਹਨਾਂ ਦੀ ਸੁਚੱਜ ਵਿੱਚ ਆਪਣੇ ਕੰਮ ਦੇ। ਇਹਨਾਂ ਤੋਂ ਬਗੈਰ ਅਸੀਂ ਅਧੂਰੇ ਹਾਂ ਜੀ, ਇਹ ਤੇ ਸਜਾਉਂਦੇ ਨੇ ਸਾਰੇ ਕੰਮ ਨੂੰ। ਲਿਹਾਜ਼ਾ ਮੈਂ ਸਮਝਣਾ ਕਿ ਸਟੇਜ ਤੇ ਬੈਠੇ ਜਿਹੜੇ ਸਾਜ਼ਿੰਦੇ ਨੇ ਉਹ ਆਪਣੇ ਆਪਣੇ ਹਿੱਸੇ ਦਾ ਦੀਵਾ ਬਾਲਦੇ ਨੇ, ਤੇ ਆਰਟਿਸਟ ਕੱਲਾ ਕਦੀ ਵੀ ਕੁਛ ਨਹੀਂ, ਉਹਦੇ ਇਹ ਬਾਹਾਂ ਨੇ, ਇਹ ਸਾਡੀਆਂ ਬਾਹਾਂ ਨੇ। ਇਮਰਾਨ, ਇਤਫਾਕ ਜਿਹੜਾ ਨਾ ਇਹ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀਆਂ ਵਿੱਚ ਵੀ, ਔਰ ਖਾਸ ਤੌਰ ਤੇ 1965 ਦੀ ਜੰਗ ਵਿੱਚ ਅਸੀਂ ਇਤਿਹਾਦ ਔਰ ਇਤਫਾਕ ਦਾ ਜਿਹੜਾ ਨਾਮ ਸੀ ਉਹਨੂੰ ਵਧਾਇਆ, ਇਸ ਵਾਸਤੇ ਕਿ ਐਸੇ ਲਾਹੌਰ ਦੇ ਵਿੱਚ ਇੱਥੇ ਹੀ ਵਾਘੇ ਬਾਰਡਰ ਤੇ ਅਸੀਂ ਸੁਣਿਆ, ਸਾਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਜਿਹੜੀ ਆਵਾਮ ਸੀ ਨਾ ਜੀ, ਉਹ ਵੀ ਡੰਡੇ ਸੋਟੇ ਲੈ ਕੇ ਤੇ ਟੁਰ ਪਈ ਸੀ ਬਾਰਡਰ ਵੱਲ ਨੂੰ ਕਿ ਲਓ ਜਨਾਬ ਅਸੀਂ ਦੱਸਨੇ ਆ ਇਹਨਾਂ ਨੂੰ ਕਿ ਅਸੀਂ ਜਾਗਨੇ ਪਏ ਹਾਂ। ਇਹ ਇਹੋ ਜਿਹੀ ਮਿਸਾਲਾਂ ਤੇ ਬੜੀਆਂ ਘੱਟ ਹੋਣਗੀਆਂ ਦੁਨੀਆ। ਐਸਾ ਹੀ ਜਜ਼ਬਾ ਸੀ, ਔਰ ਮੈਂ ਲੋਕਾਂ ਕੋਲੋਂ ਵੀ ਸੁਣਿਆ, ਮੈਂ ਖੁਦ ਆਪਣੇ ਵਾਲਿਦ ਸਾਹਿਬ ਕੋਲੋਂ ਵੀ ਸੁਣਿਆ ਕਿ ਜੰਗ ਦੇ ਦੌਰਾਨ ਜੰਗੀ ਮਹਾਜ਼ਾਂ ਤੇ ਜਾ ਕੇ ਟ੍ਰੈਂਚਸ ਦੇ ਵਿੱਚ ਕ੍ਰੋਲਿੰਗ ਕਰਕੇ ਉੱਥੇ ਹਾਰਮੋਨੀਅਮ ਗਲੇ ਦੇ ਵਿੱਚ ਪਾ ਕੇ ਤੇ ਆਰਮੀ ਦੇ ਜਵਾਨ ਜਿਹੜੇ ਨੇ ਉਹ ਦੁਸ਼ਮਣਾਂ ਦੇ ਫੌਜੀਆਂ ਤੇ ਚੜ੍ਹੇ ਨੇ, ਤੇ ਇਹ ਪਿੱਛੇ ਉਸੇ ਤਰ੍ਹਾਂ ਗਾ ਰਹੇ ਨੇ, ਉਸੇ ਤਰ੍ਹਾਂ ਉਹਨਾਂ ਦੇ ਲਹੂ ਨੂੰ ਗਰਮਾ ਰਹੇ ਨੇ, ਔਰ ਉਸੇ ਜੋਸ਼ੋ ਜਜ਼ਬੇ ਦੇ ਨਾਲ ਅਲਹਮਦੁਲਿਲਾ ਇਹਨਾਂ ਨੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕਿ ਜੇ ਇੱਥੇ ਚਲੀ ਜਾਂਦੀਆਂ ਨੇ ਤਾਂ ਟੁਰ ਜਾਏ ਆਪਣੇ ਵਤਨ ਤੇ। ਅੱਛਾ, ਇਹ ਰਿਜਜ਼ ਦਾ ਜਿਹੜਾ ਸੀ ਨਾ ਰਿਵਾਜ ਬਹੁਤ ਅਰਸੇ ਤੋਂ ਚੱਲਿਆ ਆ ਰਿਹਾ ਸੀ, ਲੇਕਿਨ ਮੈਂ ਸਮਝਣਾ ਕਿ ਜਿਹੜੇ ਜੰਗੀ ਤਰਾਨੇ ਨੇ ਇਹ ਰਿਜਜ਼ ਹੀ ਸਨ ਜਿਹੜੇ ਉੱਥੇ ਸਾਡੇ ਫਨਕਾਰਾਂ ਨੇ ਪੜ੍ਹੇ ਜਾ ਕੇ, ਔਰ ਖੂਨ ਜਿਹੜਾ ਸੀ ਉਹਨਾਂ ਦੇ ਜੋਸ਼ ਦਵਾਇਆ ਆਪਣੇ ਉਹਨਾਂ ਜਵਾਨਾਂ ਦੇ ਖੂਨ ਦੇ ਵਿੱਚ ਜਿਹੜੇ ਮਹਾਜ਼ੇ ਜੰਗ ਤੇ ਲੜ ਰਹੇ ਸਨ। ਕੀ ਖਿਆਲ ਹੈ ਮਾਮ ਤੁਹਾਡਾ? ਬਿਲਕੁਲ ਇੰਜੀ ਤੇ ਰਿਆਜ਼ ਸਾਹਿਬ, ਮੈਂ ਮੈਡਮ ਨੂਰ ਜਹਾਂ ਦਾ ਇੰਟਰਵਿਊ ਵੀ ਵੇਖ ਰਹੀ ਸਾਂ, ਉਹਨਾਂ ਨੇ ਕਿਹਾ ਕਿ ਮੈਂ ਜਦੋਂ ਰੇਡੀਓ ਕਾਲ ਕੀਤੀ ਕਿ ਮੈਂ ਮਿਲੀ ਨਗਮੇ ਗਾਣਾ ਚਾਹ ਰਹੀ ਹਾਂ ਤੇ ਕਿਸੇ ਨੇ ਯਕੀਨ ਹੀ ਨਹੀਂ ਕੀਤਾ ਕਿ ਮੈਡਮ ਨੂਰ ਜਹਾਂ ਇੱਥੇ ਆਉਣਾ ਚਾਹ ਰਹੇ ਨੇ। ਕਹਿੰਦੇ ਫਿਰ ਮੈਂ ਸਪੈਸ਼ਲ ਗਈ ਹਾਂ ਆਪਣੀ ਧਰਤੀ ਵਾਸਤੇ, ਆਪਣੇ ਪਾਕਿਸਤਾਨ ਵਾਸਤੇ, ਕਿ ਮੈਂ ਆਪਣੇ ਫੌਜੀਆਂ ਨਾਲ, ਆਪਣੇ ਪਾਕਿਸਤਾਨ ਨਾਲ, ਆਪਣੀ ਸੋਹਣੀ ਧਰਤੀ ਨਾਲ ਹਮੇਸ਼ਾ। ਤੇ ਮਿਲੀ ਨਗਮੇ ਹਮੇਸ਼ਾ ਇਨਸਾਨ ਨੂੰ ਬੜਾ ਇੱਕ ਜੋਸ਼, ਇੱਕ ਵਲਵਲਾ ਦਿਲਾਉਂਦੇ ਨੇ ਕਿ ਅਸੀਂ ਇਸ ਸੋਹਣੀ ਧਰਤੀ ਨਾਲ ਮੁਨਸਲਿਕ ਹਾਂ ਤੇ ਸਾਡੀ ਮਾਂ ਹੈ ਇਹ ਸੋਹਣੀ ਧਰਤੀ। ਤੁਸੀਂ ਇਮਰਾਨ ਜੀ ਜਦੋਂ ਮਿਲੀ ਨਗਮੇ ਗਾਉਂਦੇ ਹੋ ਤੁਹਾਡੇ ਕੀ ਜਜ਼ਬਾਤ ਹੁੰਦੇ ਨੇ? ਮੈਂ ਸਮਝਦਾ ਕਿ ਆਪਣੀ ਧਰਤੀ ਤੇ ਦੇਖੋ ਇਹ ਵੀ ਦੂਸਰੀ ਮਾਂ ਹੈ, ਇੱਕ ਮਾਂ ਉਹ ਜਿਹਨੇ ਜਨਮ ਦਿੱਤਾ, ਜਿਹਨੇ ਪੈਦਾ ਕੀਤਾ, ਤੇ ਇੱਕ ਇਹ ਜ਼ਮੀਨ ਜਿਹਦੇ ਵਿੱਚ ਅਸੀਂ ਜਾਣਾ ਹੈ, ਇਹਦਾ ਹੱਕ ਹੈ ਸਾਡੇ ਤੇ। ਔਰ ਮੈਂ ਸਮਝਦਾ ਕਿ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਅਸੀਂ ਇਹ ਆਪਣੇ ਲਹੂ ਦੇ ਨਾਲ ਇਹਦੀ ਰਖਵਾਲੀ ਨਹੀਂ ਕਰਾਂਗੇ, ਇਹਦਾ ਹੱਕ ਨਹੀਂ ਅਦਾ ਹੋ ਸਕਦਾ। ਇਹਦੇ ਤੇ ਬਹੁਤ ਸੋਹਣੀ ਤੁਸੀਂ ਗੱਲ ਕਰ ਰਹੇ ਹੋ। ਮਾਹਮ ਨੇ ਜਿਹੜੀ ਗੱਲ ਕੀਤੀ ਹੈ ਨਾ ਉਹਨੇ ਮੈਡਮ ਨੂਰ ਜਹਾਂ ਦੀ, ਮੈਂ ਉਹਨੂੰ ਜ਼ਰਾ ਅੱਗੇ ਵਧਾਉਣਾ ਚਾਹੁੰਦਾ। ਰੇਡੀਓ ਪਾਕਿਸਤਾਨ ਸਾਡੇ ਬਿਲਕੁਲ ਨਾਲ ਹੈ ਪਾਕਿਸਤਾਨ ਟੈਲੀਵਿਜ਼ਨ ਦੇ। ਅੱਛਾ, ਇਸ ਤਰ੍ਹਾਂ ਸੀ ਕਿ ਪਾਕਿਸਤਾਨ ਟੈਲੀਵਿਜ਼ਨ ਤੇ ਵੀ ਜ਼ਾਹਿਰ ਹੈ ਬਹੁਤ ਸਾਰੇ ਮੈਡਮ ਨੂਰ ਜਹਾਂ ਉਹਨਾਂ 'ਚ ਇੱਕ ਸ਼ਾਮਲ ਨੇ, ਸ਼ੌਕਤ ਅਲੀ ਸਾਹਿਬ ਉਹਨਾਂ 'ਚ ਸ਼ਾਮਲ ਨੇ ਫਨਕਾਰਾਂ 'ਚ ਜਿਹੜੇ ਆ ਕੇ ਰਿਕਾਰਡਿੰਗ ਕਰਵਾ ਰਹੇ ਸਨ। ਲੇਕਿਨ ਰੇਡੀਓ ਪਾਕਿਸਤਾਨ ਤੇ ਬੰਬਾਰੀ ਦੇਖੋ ਨਾ ਜੀ ਲਾਹੌਰ 'ਚ ਹੋ ਰਹੀ ਸੀ, ਲੇਕਿਨ ਮੈਡਮ ਨੂਰ ਜਹਾਂ ਆਪੇ ਕਾਲ ਕਰ ਰਹੇ ਨੇ, ਉਦੋਂ PTCL ਦਾ ਦੌਰ ਸੀ, ਔਰ ਆਪੇ ਕਾਲ ਕਰਕੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਜਨਾਬ ਮੈਂ ਨੂਰ ਜਹਾਂ ਬੋਲ ਰਹੀ ਹਾਂ ਤੇ ਮੈਂ ਆ ਕੇ ਗਾਣਾ ਗਾਣਾ ਚਾਹਨੀ। ਉਹਨਾਂ ਨੇ ਕਿਹਾ ਬੀਬੀ ਜਾਣ ਦੇ ਕਿਹੜੀ ਨੂਰ ਜਹਾਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮੈਡਮ ਨੂਰ ਜਹਾਂ ਔਰ ਆਪੇ ਕਾਲ ਕਰੀ। ਉਹਨਾਂ ਨੇ ਦੁਬਾਰਾ ਕਾਲ ਕੀਤਾ, ਉਹਨਾਂ ਨੇ ਕਿਹਾ ਮੈਂ ਨੂਰ ਜਹਾਂ ਹੀ ਹਾਂ। ਉਹਨਾਂ ਨੇ ਕਿਹਾ ਜੀ ਅੱਛਾ ਜੀ। ਉਹਨਾਂ ਨੇ ਫਿਰ ਖੈਰ ਉਹ ਆ ਗਏ ਰੇਡੀਓ ਪਾਕਿਸਤਾਨ ਤੇ, ਔਰ ਰੇਡੀਓ ਪਾਕਿਸਤਾਨ ਤੇ ਆ ਕੇ ਤੁਹਾਨੂੰ ਯਾਦ ਹੈ ਕਿ ਉਹ ਅਸੀਂ ਵੀ ਇਹ ਗੱਲ ਸੁਣੀ ਰੇਡੀਓ ਪਾਕਿਸਤਾਨ ਦੇ ਡਾਇਰੈਕਟਰ ਕੋਲੋਂ ਕਿ ਉਹਨਾਂ ਨੇ ਫਿਰ ਉਹ ਹਰ ਰੋਜ਼ ਰਾਤੀ ਸ਼ਾਮ ਨੂੰ ਇੱਕ ਗਾਣਾ ਉਹਨਾਂ ਦਾ ਔਨ ਏਅਰ ਹੁੰਦਾ ਸੀ, ਔਰ ਉਹ ਸਾਰੀ ਦਿਹਾੜੀ ਦੇ ਵਿੱਚ ਉਹ ਤਿਆਰ ਹੁੰਦਾ ਸੀ। ਜ਼ਾਹਿਰ ਹੈ ਉੱਥੇ ਹੀ ਪੋਇਟ ਜਿਹੜੇ ਸਨ, ਸ਼ਾਇਰ ਲਿਖਦੇ ਸਨ, ਉੱਥੇ ਹੀ ਉਹਦੀ ਮੌਸੀਕੀ ਬਣਦੀ ਸੀ, ਉੱਥੇ ਹੀ ਉਹ ਗਾਣਾ ਰਿਕਾਰਡ ਹੁੰਦਾ ਸੀ ਜਾਂ ਬਾਜ਼ ਵੇਲੇ ਲਾਈਵ ਜਾ ਰਿਹਾ ਹੁੰਦਾ ਸੀ, ਔਰ ਉਹਨਾਂ ਦਾ ਇੰਤਜ਼ਾਰ ਹੁੰਦਾ ਸੀ। ਉਹਨਾਂ ਖੂਬਸੂਰਤ ਗੀਤਾਂ 'ਚ ਜਿਹੜੇ 1965 ਦੇ ਨਾਲ ਖਾਸ ਤੌਰ ਤੇ ਜੁੜੇ ਹੋਏ ਗਾਣੇ ਨੇ, ਮਿਲੀ ਨਗਮੇ ਨੇ, ਤਰਾਨੇ ਨੇ, ਰਿਜਜ਼ ਨੇ, ਉਹਨਾਂ ਦੇ ਵਿੱਚ ਸ਼ੌਕਤ ਅਲੀ ਸਾਹਿਬ ਦਾ ਇੱਕ ਗੀਤ ਹੈ ਸਾਥੀਓ ਮੁਜਾਹਿਦੋ ਜਾਗ ਉਠਾ ਹੈ ਸਾਰਾ ਵਤਨ। ਮੇਰਾ ਖਿਆਲ ਹੈ ਉਧਰ ਨੂੰ ਟੁਰ ਗਏ ਤੇ ਉਹ ਹੁਣ ਤੁਹਾਨੂੰ ਰਿਕੁਐਸਟ ਕਰੀਏ ਕਿ ਉਹ ਸਾਨੂੰ 1965 ਦਾ ਗੀਤ ਸਾਨੂੰ ਸੁਣਾਓ। ਬੇਸ਼ੱਕ ਬੇਸ਼ੱਕ। साथियों
जाग उठा है सारा वतन, साथियों साथियों मुजाहिदों, जाग उठा है सारा वतन, साथियों साथियों मुजाहिदों। जो भी रास्ते में आएगा कट जाएगा, रंग का मैदान लाशों से पट जाएगा। आज दुश्मन का तख्ता उलट जाएगा, सर पे साया बिगन दस्ते खैबर शिकन, सर पे साया बिगन दस्ते खैबर शिकन। साथियों मुजाहिदों, जाग उठा है सारा वतन, साथियों साथियों मुजाहिदों। आज मजलूम जालिम से टकराएंगे, अपनी ताकत जमाने से मनवाएंगे, साम्राज्य खुदाओं पे छा जाएंगे। साथ है मर्दो सन सर से बांधे कफन, साथ है मर्दो सन सर से बांधे कफन। साथियों मुजाहिदों, जाग उठा है सारा वतन, साथियों साथियों मुजाहिदों। दिल में कुरान होठों पे तकबीर है, जोशे अब्बास है अज़्मे शबीर है। हर मुसलमान हैदर की शमशीर है, हर जरी सब शिकन हर जवां देख सन, हर जरी सब शिकन हर जवां देख सन। साथियों मुजाहिदों, जाग उठा है सारा वतन, साथियों साथियों मुजाहिदों। क्या ਬਾਤ ਹੈ ਯਾਰ, ਵਾਹ ਵਾਹ, ਸੁਭਾਨ ਬਹੁਤ ਅੱਲਾ। ਖੂਬ। ਉਹਨਾਂ ਸਾਰੇ ਕਮਾਲ। ਲੋਕਾਂ ਦਾ ਬਹੁਤ ਸਾਰਾ ਸ਼ੁਕਰੀਆ ਜਿਨ੍ਹਾਂ ਨੇ ਇਹ ਗਰੁੱਪ 'ਚ ਗਾਣਾ ਸੀ, ਗਰੁੱਪ 'ਚ ਬਲਕਿ ਮਿਲੀ ਨਗਮਾ ਸੀ, ਸ਼ੌਕਤ ਅਲੀ ਸਾਹਿਬ ਉਹਦੇ 'ਚ ਜ਼ਾਹਿਰ ਲੀਡ ਕਰ ਰਹੇ ਸਨ। ਉਹਨਾਂ ਸਾਰੇ ਜਿੰਨਾ ਵੀ ਉਹ ਗਰੁੱਪ ਸੀ ਨਾ, ਉਹਨਾਂ ਦਾ ਬਹੁਤ ਸਾਰਾ ਸ਼ੁਕਰੀਆ ਜੀ, ਜੀ, ਕਿਉਂਕਿ ਉਹਨਾਂ ਦੇ ਉਸ ਜਜ਼ਬੇ ਗਰੁੱਪ ਨੂੰ ਦਾ ਸਲਾਮ। ਬਹੁਤ ਸਾਰਾ ਸ਼ੁਕਰੀਆ ਬੇਸ਼ੱਕ, ਕਿ ਉਹਨਾਂ ਨੇ ਬੇਸ਼ੱਕ। ਸਾਨੂੰ ਇੱਕ ਬਹੁਤ ਖੂਬਸੂਰਤ ਖੂਬਸੂਰਤ ਨਗਮਾ ਨਗਮਾ ਦਿੱਤਾ ਔਰ ਅਸੀਂ ਅੱਜ ਵੀ ਸੁਣਨੇ ਆ ਤੇ ਮੇਰਾ ਖਿਆਲ ਹੈ ਉਹ ਜੋਸ਼ ਜਜ਼ਬਾ ਜਿਹੜਾ ਹੈ ਨਾ जी जी, ਉਹ खलील अहमद 1965 साहब ਵਾਲਾ खलील अहमद ਜਜ਼ਬਾ साहब ਦੀ ਵਾਪਸ ਆ ਕੰਪੋਜੀਸ਼ਨ ਜਾਂਦਾ ਸੀ, ਬਹੁਤ ਖੂਬਸੂਰਤ, ਬਹੁਤ ਆਲਾ। ਅੱਜ ਵੀ ਅਲਹਮਦੁਲਿਲਾ ਬੱਚੇ ਨੂੰ ਉਹਨਾਂ ਦੇ ਅੰਦਰ ਇਹ ਜਜ਼ਬਾ ਮੌਜੂਦ ਹੈ ਕਿ ਉਹ ਜਦੋਂ ਵੀ ਵਕਤ ਅੱਲਾਹ ਨਾ ਕਰੇ ਕਿ ਐਸਾ ਕੋਈ ਅਗਰ ਆਵੇ ਵੀ ਤੇ ਉਹ ਸਾਰੇ ਗੁਨਗੁਨਾ ਰਹੇ ਹੁੰਦੇ ਨੇ, ਉਹ ਬਲਕਿ ਬਾਕਾਇਦਾ ਉਹ ਹਾਜ਼ਰ ਹੁੰਦੇ ਨੇ ਆਪਣੀ ਜਾਨਾਂ ਦੇ ਨਜ਼ਰਾਨੇ ਲੈ ਕੇ ਇਸ ਵਤਨ ਵਾਸਤੇ। ਬਿਲਕੁਲ ਇੰਝ ਹੀ ਹੈ ਇਮਰਾਨ ਜੀ। ਪਾਕਿਸਤਾਨ 'ਚ ਇਸ ਧਰਤੀ 'ਚ ਜਦੋਂ ਅਸੀਂ ਰਹਿੰਦੇ ਹਾਂ, ਜ਼ਾਹਿਰ ਹੈ ਸਾਨੂੰ ਮੁਹੱਬਤ ਹੈ। ਕੁਝ ਸਾਡੇ ਇਹੋ ਜਿਹੇ ਵੀ ਇੱਥੇ ਰਹਿਣ ਵਾਲੇ ਨੇ ਜਿਹੜੇ ਪਾਕਿਸਤਾਨ ਧਰਤੀ ਤੋਂ ਦੂਰ ਨੇ ਆਪਣੀ ਕਿਸੇ ਨਾ ਕਿਸੇ ਵਜੂਹਾਤ ਦੀ ਵਜ੍ਹਾ ਤੋਂ, ਤੇ ਉਹ ਬੜਾ ਉਸ ਧਰਤੀ ਨੂੰ ਮਿਸ ਕਰਦੇ ਨੇ। ਇਸ ਪਾਕਿਸਤਾਨ ਧਰਤੀ ਨੂੰ ਕਹਿੰਦੇ ਨੇ ਨਾ, ਜਿਹੜੀ ਚੀਜ਼ ਦਿਲ ਦੇ ਨੇੜੇ ਹੋਏ ਪਤਾ ਉਸ ਵੇਲੇ ਚੱਲਦਾ ਹੈ ਜਦੋਂ ਤੋਂ ਦੂਰ ਹੋ ਜਾਓ। ਤੇ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਹੋ, ਗੀਤ ਗਾਉਂਦੇ ਹੋ, ਮਿਲੀ ਨਗਮੇ ਗਾਉਂਦੇ ਹੋ, ਉਹਨਾਂ ਤੇ ਕੀ ਤਾਸਰਾਤ ਹੁੰਦੇ ਨੇ, ਕੀ ਜਜ਼ਬਾਤ ਹੁੰਦੇ ਨੇ? ਬਹੁਤ ਹੀ ਖੂਬਸੂਰਤ ਅਹਿਸਾਸ ਹੈ। ਅਲਹਮਦੁਲਿਲਾ ਮੈਨੂੰ ਬਹੁਤ ਮੌਕਾ ਮਿਲਿਆ ਜੀ ਪਾਕਿਸਤਾਨ ਤੋਂ ਬਾਹਰ ਜਾਣ ਦਾ, ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਨ ਦਾ। ਉੱਥੇ ਦੇ ਲੋਕ ਚੁੱਕੇ ਜ਼ਾਹਿਰ ਹੈ ਜਿਸ ਵੇਲੇ ਦੂਰ ਹੁੰਦੇ ਨੇ ਤੇ ਵਤਨ ਦੀ ਮਿੱਟੀ ਔਰ ਵਤਨ ਦੇ ਉਹ ਜਿਹੜਾ ਕਲਚਰ ਹੈ ਉਹਨੂੰ ਉਹ ਮਿਸ ਕਰਦੇ ਨੇ, ਆਪਣੇ ਲੋਕਾਂ ਨੂੰ, ਆਪਣੀਆਂ ਉਹ ਇਮਾਰਤਾਂ ਨੂੰ, ਆਪਣੀ ਜ਼ਮੀਨ ਨੂੰ, ਉਸ ਖੁਸ਼ਬੂ ਨੂੰ। ਬਿਲਕੁਲ। ਬਾਕੀ ਇਹ ਕਿ ਮੈਂ ਦੇਖਿਆ ਅਲਹਮਦੁਲਿਲਾ ਬਹੁਤ ਸਾਰੇ ਮੁਬਾਲਕ 'ਚ, ਇੰਗਲੈਂਡ 'ਚ ਵੀ, ਅਮਰੀਕਾ 'ਚ ਵੀ, ਕੈਨੇਡਾ 'ਚ, ਯੂਰਪ ਦੇ ਵਿੱਚ ਲੋਕਾਂ ਨੇ ਪਾਕਿਸਤਾਨ ਦੀ ਯਾਦ ਨੂੰ ਆਪਣੇ ਸੀਨੇ ਦੇ ਵਿੱਚ ਇਸ ਤਰ੍ਹਾਂ ਜ਼ਿੰਦਾ ਰੱਖਿਆ ਹੈ ਜਿਸ ਤਰ੍ਹਾਂ ਆਪਣੀ ਮਾਂ ਦੇ ਇਸ਼ਕ ਨੂੰ, ਆਪਣੇ ਮਾਂ-ਬਾਪ ਦੇ ਇਸ਼ਕ ਨੂੰ ਰੱਖਿਆ। ਔਰ ਉਹ ਉਸੇ ਤਰ੍ਹਾਂ ਜਦੋਂ 14 ਅਗਸਤ ਆਉਂਦੀ, ਜਦੋਂ 23 ਮਾਰਚ ਆਉਂਦੀ, ਜਦੋਂ
6 6 ਸਤੰਬਰ ਆਉਂਦੀ ਹੈ ਔਰ ਉਹ ਉਸੇ ਜੋਸ਼ ਉਹ ਵਲਵਲੇ ਦੇ ਨਾਲ ਉੱਥੇ ਉਹਨਾਂ ਨੇ ਇੱਕ ਮਿਨੀ ਪਾਕਿਸਤਾਨ ਦੀ ਸ਼ਕਲ ਦੇ ਵਿੱਚ ਸਾਰੇ ਇਕੱਠੇ ਹੁੰਦੇ ਨੇ ਔਰ ਇਹਨਾਂ ਦਿਨਾਂ ਨੂੰ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਦੇ ਨੇ। ਅਸੀਂ ਚਾਹੁੰਦੇ ਹਾਂ ਕਿ ਇਹ ਸੈਲੀਬ੍ਰੇਸ਼ਨ ਜਿਹੜੀ ਸਾਡੇ ਮੁਲਕ ਦੀ ਸੈਲੀਬ੍ਰੇਸ਼ਨ ਹੈ, ਸਾਡੇ ਸੂਬਿਆਂ ਦੀ ਸੈਲੀਬ੍ਰੇਸ਼ਨ ਹੈ, ਸਾਡੀਆਂ ਇਹਨਾਂ ਮੁਖਤਲਿਫ ਜ਼ੁਬਾਨਾਂ ਦੀ ਸੈਲੀਬ੍ਰੇਸ਼ਨ ਹੈ, ਜਿਹੜੀਆਂ ਮੁਖਤਲਿਫ ਜ਼ੁਬਾਨਾਂ ਰਲ ਕੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਮੁਖਤਲਿਫ ਫੁੱਲ ਰਲਦੇ ਨੇ ਤੇ ਫਿਰ ਇਹ ਖੂਬਸੂਰਤ ਗੁਲਦਸਤਾ ਬਣਦਾ ਹੈ, ਜਿਸ ਤਰ੍ਹਾਂ ਮੁਖਤਲਿਫ ਕਤਰੇ ਰਲਦੇ ਨੇ ਤੇ ਇੱਕ ਦਰਿਆ ਬਣਦਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਇਸ ਧਰਤੀ ਜਿਹੜੀ ਹੈ ਇਹਦੇ ਜ਼ਰਰੇ ਜ਼ਰਰੇ ਨੂੰ ਇਕੱਠਾ ਕੀਤਾ ਜਾਵੇ ਤੇ ਰੇਗਿਸਤਾਨ ਵਜੂਦ 'ਚ ਆਉਂਦੇ ਨੇ। ਅਸੀਂ ਸਾਰੇ ਸੂਬਿਆਂ ਦੀ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਸਾਰੀਆਂ ਜ਼ੁਬਾਨਾਂ ਦੀ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਸਾਰੀ ਮੁਹੱਬਤਾਂ ਦੀ ਗੱਲ ਕਰਨਾ ਚਾਹੁੰਦੇ ਹਾਂ ਔਰ ਅਸੀਂ ਦੁਆ ਮੰਗਣਾ ਚਾਹੁੰਦੇ ਹਾਂ ਕਿ ਸਾਡੀ ਸਾਰੀ ਧਰਤੀ ਸਲਾਮਤ ਰਹੇ, ਸਾਡਾ ਸਿੰਧ ਜਿੰਦਾ ਰਹੇ, ਸਾਡਾ ਪੰਜਾਬ ਜਿਉਂਦਾ ਰਹੇ, ਸਾਡਾ ਬਲੂਚਿਸਤਾਨ, ਸਾਡਾ KPK ਸਾਰੇ ਸਾਡੇ ਨੇ ਨਾ, ਸਾਡਾ ਪਾਕਿਸਤਾਨ। ਔਰ ਇਮਰਾਨ ਜਿਹੜੀ ਜਦੋਂ ਕਿਸੇ ਚੀਜ਼ ਨੂੰ ਜਦੋਂ ਕਿਸੇ ਨੂੰ ਆਪਣਾ ਕਹਿ ਲਿਆ ਜਾਂਦਾ ਨਾ ਤੇ ਫਿਰ ਉਹਦੀਆਂ ਸਿਰਫ ਖੂਬੀਆਂ ਨਜ਼ਰ ਆਉਣੀਆਂ ਚਾਹੀਦੀਆਂ ਨੇ, ਫਿਰ ਉਹਦੀਆਂ ਖਾਮੀਆਂ ਵੱਲ ਤਵੱਜੋ ਨਹੀਂ ਦੇਈਦੀ ਹੈ ਨਾ। ਫਿਰ ਇਹ ਵੇਖਣਾ ਚਾਹੀਦਾ ਕਿ ਇਸ ਧਰਤੀ ਨੂੰ ਸੋਹਣਿਆ ਕਰਨ ਲਈ, ਇਹਦੇ ਸੁਨੱਪ 'ਚ ਵਾਧਾ ਕਰਨ ਲਈ ਮੈਂ ਕੀ ਕਰ ਰਿਹਾ। ਕਮ ਅਜ਼ ਕਮ ਅੱਜ ਦੇ ਦਿਹਾੜੇ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਤੇ ਅਸੀਂ ਚਾਹਾਂਗੇ ਕਿ ਜਨਾਬ ਉਹ ਜਿਹੜਾ ਤੁਹਾਡੇ ਕੋਲ ਇੱਕ ਬਹੁਤ ਖੂਬਸੂਰਤ ਜਿਹਾ ਮਿਲੀ ਨਗਮਾ ਹੈ ਜਿਹਦੀ ਤੁਸੀਂ ਸਾਰਿਆਂ ਇਲਾਕਿਆਂ ਦੀ ਗੱਲ ਕਰ ਰਹੇ ਹੋ ਉਹ ਸਾਡੇ ਤੱਕ ਪੜਾਓ। ਜੀ ਜੀ ਬਿਲਕੁਲ ਬਿਲਕੁਲ, ਮੇਰੇ ਵਾਲਿਦ ਸਾਹਿਬ ਦਾ ਹੀ ਲਿਖਿਆ ਔਰ ਉਹਨਾਂ ਦੀ ਕੰਪੋਜੀਸ਼ਨ ਹੈ। पंजाब जीवे ते जीवे सिंध ते बलोचिस्तान। मेरा सरहद ते पंजाब जीवे, सरहद ते पंजाब जीवे, जीवे सिंध ते बलोचिस्तान। रब्बा शाला जुग जुग जीवे सारा पाकिस्तान। सरहद ते पंजाब जीवे, जीवे सिंध ते बलोचिस्तान। रब्बा शाला जुग जुग जीवे सारा पाकिस्तान। जीवे सिंध ते बलोचिस्तान। चार वीर ने जान वतन दी ऊंचियां शाना वाले। ते करम नबी दा लाले दे जीदार। मेरे देश ते करम नबी दा लाले दे जीदार। अपनियां लिए सुख दी छावें, वैरियां लिए तलवार। देश मेरे दी धीए जीवे सूरत विच कुरान। पाकिस्तान पाकिस्तान। सरहद ते पंजाब जीवे, जीवे सिंध ते बलोचिस्तान। रब्बा मेरा जुग जुग जीवे सारा पाकिस्तान। सरहद ते पंजाब जीवे, जीवे सिंध ते बलोचिस्तान।
ਆਮੀਨ ਆਮੀਨ ਸੁਮਾ ਆਮੀਨ। ਅੱਲਾ ਕਰੇ ਜਨਾਬ ਇਹ ਸਾਡੀ ਧਰਤੀ ਸਲਾਮਤ ਰਵੇ ਔਰ ਪੂਰੀ ਦੁਨੀਆ ਨੂੰ ਇਹ ਦੱਸਦੀ ਰਵੇ ਕਿ ਇੱਥੇ ਗਯੂਰ ਕੌਮ ਆਬਾਦ ਹੈ ਔਰ ਉਹ ਕੌਮ ਜਿਹੜੀ ਆਪਣੀ ਹਿਫਾਜ਼ਤ ਕਰਨਾ ਜਾਣਦੀ ਹੈ। ਤੁਹਾਡੇ ਆਉਣ ਦਾ ਬਹੁਤ ਸਾਰਾ ਸ਼ੁਕਰੀਆ ਔਰ ਤੁਹਾਡੇ ਆਉਣ ਦਾ ਇਸ ਲਈ ਬਹੁਤ ਸਾਰਾ ਸ਼ੁਕਰੀਆ ਕਿ ਤੁਸੀਂ ਸਾਨੂੰ ਜਿਹੜੀ ਯਾਦ ਦਿਲਾਉਂਦੇ ਹੋ ਨਾ ਉਹ ਸ਼ੌਕਤ ਅਲੀ ਸਾਹਿਬ ਦੀ ਤੇ ਹੈ ਹੀ ਹੈ, ਲੇਕਿਨ ਬਹੁਤ ਖੂਬਸੂਰਤ ਮਿਲੀ ਨਗਮੇ ਨੇ, ਬਹੁਤ ਖੂਬਸੂਰਤ ਜੰਗੀ ਤਰਾਨੇ ਨੇ ਜਿਹੜੇ ਤੁਹਾਡੇ ਕੋਲ ਨੇ। ਜਿਉਂਦੇ ਵਾਸਤੇ ਰਹੋ, ਇਨਸ਼ਾਅੱਲਾ ਫਿਰ ਤੁਹਾਡੇ ਨਾਲ ਕਿਸੇ ਵੇਲੇ ਮੁਲਾਕਾਤ ਹੋਏਗੀ। ਅੱਲਾਹ ਤਾਲਾ ਤੁਹਾਨੂੰ ਵੀ ਸਲਾਮਤ ਰੱਖੇ, ਪੀਟੀਵੀ ਨੂੰ ਸਲਾਮਤ ਰੱਖੇ ਔਰ ਇਸ ਜਜ਼ਬੇ ਨੂੰ ਸਦਾ ਸਲਾਮਤ ਰੱਖੇ। ਅਸੀਂ ਹਮੇਸ਼ਾ ਖਾਦਮ ਆ ਇਸ ਮੁਲਕ ਵਾਸਤੇ ਵੀ ਔਰ ਇਸ ਇਦਾਰੇ ਵਾਸਤੇ। ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਹਾਲੇ ਕਿਤੇ ਨਹੀਂ ਜਾਣਾ ਇਸ ਵਾਸਤੇ ਕਿ ਅੱਜ ਅਸੀਂ 6 ਸਤੰਬਰ ਦੇ ਹਵਾਲੇ ਨਾਲ ਇੱਕ ਖੁਸ਼ੂਸੀ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ ਹੈ, ਇਸ ਯਕੀਨ ਦੇ ਨਾਲ ਕਿ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਇਸ ਵਤਨ ਨਾਲ ਇਸੇ ਤਰ੍ਹਾਂ ਵੱਧਦੀ ਰਹੇਗੀ ਔਰ ਤੁਸੀਂ ਵੀ ਆਪਣਾ ਹਿੱਸਾ ਇਸ ਧਰਤੀ ਵਾਸਤੇ ਪਾਉਂਦੇ ਰਹੋਗੇ। ਛੋਟਾ ਜਿਹਾ ਵਕਫਾ ਹੈ, ਤੁਹਾਡੇ ਨਾਲ ਮਿਲਨੇ ਆ ਵਕਫੇ ਤੋਂ ਬਾਅਦ। ਇੱਕ ਵਾਰ ਫਿਰ ਜਨਾਬ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਸਾਡੇ ਵੱਲੋਂ ਤੇ ਬਹੁਤ ਖਾਸ ਪ੍ਰੋਗਰਾਮ ਹੈ। ਇਸ ਲਈ ਖਾਸ ਪ੍ਰੋਗਰਾਮ ਹੈ ਕਿ ਅਸੀਂ ਅੱਜ ਆਪਣੀ ਧਰਤੀ ਦੀ ਗੱਲ ਕਰ ਰਹੇ ਹਾਂ, ਅਸੀਂ ਅੱਜ ਆਪਣੀ ਧਰਤੀ ਮਾਂ ਦੀ ਗੱਲ ਕਰ ਰਹੇ ਹਾਂ। ਉਹ ਕਹਿੰਦੇ ਨੇ ਕਿ ਆਜ਼ਾਦੀ ਮਹਿਜ਼ ਇੱਕ ਲਫ਼ਜ਼ ਨਹੀਂ ਬਲਕਿ ਤਰਜ਼ ਜ਼ਿੰਦਗੀ ਹੈ। ਉਹ ਕੌਮਾਂ ਜਿਹੜੀਆਂ ਆਜ਼ਾਦ ਨਹੀਂ ਨੇ ਉਹਨਾਂ ਨੂੰ ਪੁੱਛੋ ਕਿ ਉਹਨਾਂ 'ਤੇ ਕੀ ਬੀਤ ਰਹੀ ਹੈ। ਔਰ ਅਲਹਮਦੁਲਿਲਾ ਕਿ 1947 'ਚ ਪਾਕਿਸਤਾਨ ਆਜ਼ਾਦ ਹੋਇਆ ਔਰ 1965 ਦੇ ਵਿੱਚ ਪਾਕਿਸਤਾਨ ਨੇ ਸਬੂਤ ਦਿੱਤਾ ਕਿ ਹਾਂ ਅਸੀਂ ਇੱਕ ਆਜ਼ਾਦ ਕੌਮ ਹਾਂ। ਤੁਹਾਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ। ਮੇਰਾ ਨਾਮ ਰਿਆਜ਼ ਖਾਨ ਔਰ ਮੇਰੇ ਨਾਲ ਮੌਜੂਦ ਨੇ ਮਾਹਮ ਬਟ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਯੋਮ ਦਫਾ ਮਨਾ ਰਹੇ ਹਾਂ ਤੇ ਸਾਰਿਆਂ 'ਚ ਹੀ ਇੱਕ ਬਹੁਤ ਹੀ ਜੋਸ਼ ਔਰ ਵਲਵਲਾ ਹੈ। ਤੇ ਮੈਂ ਇਹ ਜ਼ਰੂਰ ਗੱਲ ਕਰਨਾ ਚਾਹਾਂਗੀ, ਨਾ पूछो ज़माने से हमारी क्या कहानी है, ना पूछो ज़माने से हमारी क्या कहानी है, पहचान तो बस ये है कि हम पाकिस्तानी हैं। क्या ते बात है। पाकिस्तानी होण ते सानू सारिਆਂ ਨੂੰ ਫਖਰ ਹੈ। 1965 ਦੀ ਜੰਗ 'ਚ ਵੱਡਿਆਂ ਨੇ, ਸੋਲਜਰ ਸਾਡੇ ਜਿੰਨੇ ਵੀ ਫੌਜ ਦੇ ਹੁਕਮਰਾਨ ਨੇ ਜਾਂ ਫੌਜ ਤੋਂ ਰਿਲੇਟਡ ਇੱਕ ਪਰਸਨ ਨੇ, ਫਿਰ ਸਾਡੇ ਆਮ ਸ਼ਹਿਰੀਆਂ ਨੇ, ਈਵਨ ਬੱਚਿਆਂ ਤੱਕ ਨੇ ਇੱਕ ਖਾਸ ਨੁਮਾਇਆ ਕਾਰਕਰਦਗੀ ਕੀਤੀ ਆਪਣੀ ਸੋਹਣੀ ਧਰਤੀ ਵਾਸਤੇ। ਉਹਨਾਂ ਨੇ ਕੁਛ ਨਹੀਂ ਸੋਚਿਆ ਕਿ ਕੀ ਹੋਏਗਾ ਕੀ ਨਹੀਂ, ਆਪਣੀ ਜਾਨ ਕੁਰਬਾਨ ਵਾਸਤੇ ਤਿਆਰ ਸਨ। ਮਾਲ ਦੀ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ, ਕੋਈ ਉਹਨਾਂ ਨੇ ਫਿਕਰ ਨਹੀਂ ਕੀਤੀ। ਤੇ ਅੱਜ ਅਲਹਮਦੁਲਿਲਾ ਵੇਖੋ ਅਸੀਂ ਇਹ ਫਤਹ ਹਾਸਿਲ ਕਰ ਚੁੱਕੇ ਹਾਂ ਉਹਨਾਂ ਦੀ ਵਜ੍ਹਾ ਤੋਂ ਹੀ। ਤੇ ਇਸੇ ਤਰ੍ਹਾਂ ਰਿਆਸਤ ਫਿਰ ਸਾਡੇ ਸੈੱਟ ਤੇ ਵੀ ਇਸ ਲਈ ਇੱਕ ਬੱਚਾ ਹੀ ਮੌਜੂਦ ਹੈ ਤੇ ਉਹਦੇ ਬਾਰੇ ਸਾਡੇ ਵੇਖਣ ਵਾਲਿਆਂ ਨੂੰ ਦੱਸੋ ਕਿ ਉਹ ਆਪਣਾ ਹਿੱਸਾ ਕਿਵੇਂ ਇਸ ਨੁਮਾਇਆ ਦਿਨ 'ਚ ਪਾ ਰਿਹਾ। ਅਸਲ ਦੇ ਵਿੱਚ ਮਾਹਮ ਛੋਟੀ ਜੀ ਗੱਲ ਇਹ ਹੈ ਕਿ ਅਸੀਂ ਉਹ ਕਿਸੇ ਨੇ ਬੜੀ ਖੂਬਸੂਰਤ ਜੀ ਗੱਲ ਕਹੀ ਸੀ ਕਿ ਤਪਿਸ਼ ਦਿਲੋਂ में है रोशन ख्याल तुझसे है मेरे वतन मेरी सुबह जमाल तुझसे है। ਅਲਹਮਦੁਲਿਲਾ ਇਹ ਸੁਬਹ ਜਮਾਲ ਇਸ ਵਤਨ ਦੀ ਵਜ੍ਹਾ ਨਾਲ, ਇਸ ਧਰਤੀ ਦੀ ਵਜ੍ਹਾ ਨਾਲ ਅਸੀਂ ਪਹਿਚਾਣੇ, ਇਸ ਧਰਤੀ ਦੇ ਨਾਮ ਤੋਂ ਜਾਣੇ ਹਾਂ। ਅਸੀਂ ਜਦੋਂ ਪਾਕਿਸਤਾਨੀ ਕਹਿਲਾਨੇ ਹਾਂ ਤੇ ਸਾਡਾ ਸੀਨਾ ਇਸ ਲਈ ਚੌੜਾ ਹੁੰਦਾ ਹੈ ਕਿ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਉਹਨਾਂ ਸਾਰੀਆਂ ਹਸਤੀਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਧਰਤੀ ਲੈ ਕੇ ਦਿੱਤੀ ਔਰ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਸਾਨੂੰ ਦਿਫਾਏ ਵਤਨ ਦੇ ਵਾਸਤੇ ਤਿਆਰ ਕੀਤਾ ਔਰ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਹਾਂ ਅਸੀਂ ਆਪਣੇ ਮੁਲਕ ਦੀ ਹਿਫਾਜ਼ਤ ਬਿਲਕੁਲ ਉਸੇ ਤਰ੍ਹਾਂ ਕਰਨੀ ਹੈ ਜਿਸ ਤਰ੍ਹਾਂ ਅਸੀਂ ਆਪਣੀ ਜਾਨ ਦੀ ਹਿਫਾਜ਼ਤ ਕਰਨਾ ਚਾਹੁੰਦੇ ਹਾਂ। ਅਸੀਂ ਆਪਣੀ ਜਾਨ ਨੂੰ ਕੁਰਬਾਨ ਕਰਕੇ ਵੀ ਆਪਣੇ ਇਸ ਵਤਨ ਨੂੰ ਬਚਾਉਣਾ ਹੈ। ਔਰ ਗੱਲ ਇਹ ਹੈ ਕਿ ਬਹੁਤ ਸਾਰੇ ਕੰਟਰੀਬਿਊਸ਼ਨਸ ਰਹੇ ਜਿੱਥੇ ਵੱਡਿਆਂ ਨੇ, ਬਜ਼ੁਰਗਾਂ ਨੇ ਆਪਣਾ ਆਪਣਾ ਹਿੱਸਾ ਪਾਇਆ। ਉੱਥੇ ਜ਼ਾਹਿਰ ਹੈ ਬਾਲਾਂ ਦੇ ਵਿੱਚ ਵੀ ਤਾਂ ਇੱਕ ਜਜ਼ਬਾ ਸੀ ਨਾ, ਔਰ ਉਹ ਜਜ਼ਬਾ ਅੱਜ ਤੱਕ ਹੈ ਔਰ ਇਨਸ਼ਾਅੱਲਾ ਇਹ ਜਜ਼ਬਾ ਹਮੇਸ਼ਾ ਲਈ ਰਹੇਗਾ। ਇਸ ਦੀ ਕਿ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ ਇਹ ਮੁਸਤਕਬਿਲ ਦਾ ਪਾਕਿਸਤਾਨ ਹੈ ਔਰ ਮੁਸਤਕਬਿਲ ਦੇ ਪਾਕਿਸਤਾਨ ਦੇ ਬਾਰੇ ਨਾਲ ਗੱਲ ਕਰੀਏ ਤੇ ਇਸ ਵੇਲੇ ਸਾਡੇ ਸੈੱਟ ਤੇ ਇੱਕ ਸਾਡਾ ਮੁਸਤਕਬਿਲ ਦਾ ਇੱਕ ਬਹੁਤ ਅੱਛਾ ਸਿੰਗਰ ਮੌਜੂਦ ਹੈ ਔਰ ਉਹ ਵੀ ਆਪਣੀ ਧਰਤੀ ਦੇ ਹਵਾਲੇ ਨਾਲ ਕੋਈ ਗੱਲ ਵੀ ਕਰਨਾ ਚਾਹੁੰਦਾ ਹੈ, ਇਹਦੇ ਲਈ ਨਗਮਾ ਵੀ ਗਾਣਾ ਚਾਹੁੰਦਾ ਹੈ, 1965 ਨੂੰ ਵੀ ਯਾਦ ਕਰਨਾ ਚਾਹੁੰਦਾ ਹੈ। ਅਸੀਂ ਇਸ ਬੱਚੇ ਨਾਲ ਪਹਿਲੇ ਵੀ ਕਈ ਵਾਰੀ ਮਿਲ ਚੁੱਕੇ ਹਾਂ ਇਸੇ ਪ੍ਰੋਗਰਾਮ ਦੇ ਵਿੱਚ ਔਰ ਸੋਹਣਾ ਸਿੰਗਰ ਹੈ, ਨਾਤ ਵੀ ਪੜ੍ਹ ਲੈਂਦਾ ਹੈ, ਮੇਰੇ ਨਗਮਾ ਵੀ ਪੜ੍ਹ ਲੈਂਦਾ ਹੈ ਔਰ ਮੁਸਤਕਬਿਲ ਦਾ ਇੱਕ ਵੱਡਾ ਫਨਕਾਰ ਹੈ। ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਆਲੀਆਨ ਅਹਿਮਦ ਖਾਨ ਦੇ ਨਾਲ। अस्सलाम वालेकुम बेटा। अस्सलाम वालेकुम अंकल। क्या हाल है बेटे? मैं ठीक। ਤੁਸੀਂ ਠੀਕ ਹੋ, ਤਗੜੇ ਹੋ? जी जी ਖੈਰ ਖਰੀਅਤ ਹੈ? जी। ਚਲੇ ਠੀਕ ਹੋ ਗਿਆ। ਅੱਛਾ ਮਿਲੀ ਨਗਮਾ ਤੁਸੀਂ ਜ਼ਾਹਿਰ ਇੱਕ ਕੌਮੀ ਤਰਾਨਾ ਇਸ ਵੇਲੇ ਪੜ੍ਹਨ ਜਾ ਰਹੇ ਹੋ ਔਰ ਇਹ ਦੱਸੋ ਕਿ ਇਹ ਤੁਸੀਂ ਜਦੋਂ ਸੁਣਿਆ ਤੇ ਤੁਹਾਡੀ ਆਪਣੀ ਚਾਇਸ ਸੀ ਕਿ ਮੈਂ ਇਹ ਮਿਲੀ ਨਗਮਾ ਪੜ੍ਹਨਾ ਹੈ ਜਾਂ ਤੁਹਾਨੂੰ ਤੁਹਾਡੇ ਅੱਬਾ ਜੀ ਨੇ ਆਖਿਆ ਕਿ ਨਹੀਂ ਨਹੀਂ ਇਹ ਨਗਮਾ ਬਹੁਤ ਸੋਹਣਾ ਹੈ ਤੁਸੀਂ ਇਹ ਵਾਲਾ पढ़ो? ये मुझे मेरे पापा ने बताया था, फादर अच्छा ने, अब्बा जी ने बताया था।
ठीक हो कि गया, आपने- पापा भी सानू समझ आती है, बाजी भी समझ आती है, बाबा भी समझ आती है, इसी तरह ही है। ਬਿਲਕੁਲ ਠੀਕ ਹੈ। ਮੇਰਾ ਖਿਆਲ ਹੈ ਬੱਚਾ ਬਲਸ਼ ਵੀ ਕਰ ਰਿਹਾ ਤੇ ਉਸ ਦਿਨ ਨੂੰ ਯਾਦ ਕਰਦੇ ਹੋਏ ਉਹਨੇ ਜਿਹੜਾ ਮਿਲੀ ਨਗਮਾ ਜਿਹੜਾ ਸਿਲੈਕਟ ਕੀਤਾ, ਬਲਕਿ ਉਹਦੇ ਫਾਦਰ ਨੇ ਜਿਹੜਾ ਸਿਲੈਕਟ ਕੀਤਾ ਵਾਲਿਦ ਸਾਹਿਬ ਨੇ, ਕਿਉਂ ਨਾ ਰਿਆਜ਼ ਸਾਹਿਬ ਫਿਰ ਸੁਣ ਲਈਏ ਅੱਛਾ ਕਿ ਜੀ, ਉਹ ਗੱਲਾਂ ਸੁਣ ਬਾਤਾਂ ਲੈਂਦੇ ਆ, ਕਰੀਏ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਜੀ, ਬੱਚਾ ਜੀ। ਬਲਸ਼ ਐਵੇਂ ਨਹੀਂ ਕਰ ਰਿਹਾ। ਅੱਛਾ। ਬੱਚੇ ਦੇ ਵਿੱਚ ਇਹ ਅਹਿਸਾਸ ਹੈ ਕਿ ਮੈਂ ਇੱਕ ਆਜ਼ਾਦ ਵਤਨ ਦਾ ਸ਼ਹਿਰੀ ਹਾਂ, ਬਿਲਕੁਲ। ਔਰ ਬੱਚੇ ਨੂੰ ਇਹ ਅਹਿਸਾਸ ਹੈ ਕਿ ਉਹ ਲੋਕ ਜਿਹੜੇ ਜੰਗੇ 65 ਦੇ ਹਵਾਲੇ ਨਾਲ ਮਾਰੂਫ ਹੋਏ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਔਰ ਜਿਨ੍ਹਾਂ ਨੇ ਆਪਣੀ ਧਰਤੀ ਨੂੰ ਬਚਾਇਆ, ਉਹ ਹੀ ਪੁੱਤਰ ਸਨ ਜਿਹੜੇ ਹੱਟਾਂ ਤੇ ਨਹੀਂ ਵਿਕਦੇ। ਆਖਿਆ ਤੇ ਸੀ ਮੈਡਮ ਨੂਰ ਸ਼ਾਹ ਨੇ, ਲੇਕਿਨ ਅਸੀਂ ਸਮਝਨੇ ਆ ਕਿ ਤੁਹਾਨੂੰ ਇਸ ਤੁਸੀਂ ਸਾਨੂੰ ਇਹ ਵਾਲਾ ਖੂਬਸੂਰਤ ਜਿਹਾ ਨਗਮਾ ਸੁਣਾਓ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ। ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ। ਇਹ ਪੁੱਤਰ ਹਟਾ ਤੇ ਨਹੀਂ ਵਿਕਦੇ, ਇਹ ਪੁੱਤਰ ਹਟਾ ਤੇ ਨਹੀਂ ਵਿਕਦੇ, ਕੀ ਲੱਭਣੀਏ ਵਿੱਚ ਬਾਜ਼ਾਰ ਕੁੜੇ, ਦੇਨ ਮੇਰੇ ਦਾਤਾ ਦੀ, ਇਹ ਦੇਨ ਮੇਰੇ ਦਾਤਾ ਦੀ, ਨਾ ਐਵੇਂ ਟਕਰਾ ਮਾਰ ਕੁੜੇ, ਪੁੱਤਰ ਹਟਾਂ ਤੇ ਨਹੀਂ ਵਿਕਦੇ। ਇਹ ਪੁੱਤਰ ਵਿਕਾਊ ਚੀਜ਼ ਨਹੀਂ, ਇਹ ਪੁੱਤਰ ਵਿਕਾਊ ਚੀਜ਼ ਨਹੀਂ, ਮੁੱਲ ਦੇ ਕੇ ਚੋਲੀ ਪਾਏ ਨੀ, ਇਹ ਦਾ ਸਸਤਾ ਮਾਲ ਨਹੀਂ, ਕਿਤੋਂ ਜਾ ਕੇ ਮੰਗ ਲਿਆਏ ਨੀ, ਸੌਦਾ ਨਕਦ ਵੀ ਨਹੀਂ ਮਿਲਦਾ, ਤੂੰ ਲੱਭਦੀ ਫਿਰੇ ਉਧਾਰ ਕੁੜੇ, ਪੁੱਤਰ ਹਟਾਂ ਤੇ ਨਹੀਂ ਵਿਕਦੇ। ਇਹ ਸ਼ੇਰ ਬਹਾਦੁਰ ਗਾਜ਼ੀ ਨੇ, ਇਹ ਸ਼ੇਰ ਬਹਾਦੁਰ ਗਾਜ਼ੀ ਨੇ, ਇਹ ਕਿਸੇ ਕੋਲੋਂ ਵੀ ਹਰਦੇ ਨਹੀਂ, ਇਹਨਾਂ ਦੁਸ਼ਮਨਾਂ ਕੋਲੋਂ ਕੀ ਡਰਨਾ, ਮੌਤ ਕੋਲੋਂ ਵੀ ਡਰਦੇ ਨਹੀਂ ਹੈ, ਆਪਣੇ ਦੇਸ ਦੀ ਇੱਜ਼ਤ ਤੋਂ ਜਾਨ ਆਪਣੀ ਦੇਣੇ ਵਾਰ ਕੁੜੇ, ਹੈ ਪੁੱਤਰ ਹਟਾਂ ਤੇ ਨਹੀਂ ਵਿਕਦੇ। ਧਨ ਭਾਗ ਨੇ ਆਉਣਾ ਮਾਵਾ ਦੇ, ਧਨ ਭਾਗ ਨੇ ਆਉਣਾ ਮਾਵਾ ਦੇ, ਜਿਨ੍ਹਾਂ ਮਾਵਾ ਦੇ ਜਾਏ ਨੇ, ਧਨ ਭਾਗ ਨੇ ਭੈਣ ਭਰਾਵਾਂ ਦੇ, ਜਿਨ੍ਹਾਂ ਗੋਦੀਆਂ ਵੀਰ ਖੜਾਏ ਨੇ, ਮਾਨ ਨੇ ਮਾਨਾ ਵਾਲੀਆਂ ਦੇ, ਨਹੀਂ ਇਸ ਦੀ ਤੈਨੂੰ ਸਾੜ ਕੁੜੇ, ਪੁੱਤਰ
ਵਿਕਦੇ ਬਹੁਤ ਸ਼ੁਕਰੀਆ ਬੇਟਾ ਮਾਸ਼ਾਅੱਲਾ ਬੇਟਾ। ਬਹੁਤ ਸੋਹਣਾ ਤੁਸੀਂ ਗਾਇਆ ਹੈ ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਖਾਸ ਲੋਕ ਨੇ ਜਿਹੜੇ ਆਪਣੇ ਵਤਨ ਲਈ ਆਪਣੀ ਧਰਤੀ ਲਈ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕਰਦੇ ਨੇ ਤੁਸੀਂ ਜਿਉਂਦੇ ਬਚੇ ਰਹੋ ਸਾਨੂੰ ਉਮੀਦ ਹੈ ਕਿ ਇਨਸ਼ਾਅੱਲਾ ਆਇੰਦਾ ਵੀ ਤੁਹਾਡੇ ਕੋਲ ਅਸੀਂ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਗੀਤ ਸੁਣਦੇ ਰਵਾਂਗੇ ਤੁਹਾਡੇ ਆਉਣ ਦਾ ਬਹੁਤ ਸਾਰਾ ਸ਼ੁਕਰੀਆ ਥੈਂਕ ਯੂ ਜੀ ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਪੁੱਤਰ ਹਟਾਂ ਤੇ ਨਹੀਂ ਵਿਕਦੇ ਚੰਗਾ ਲੱਗਿਆ ਹੋਣਾ ਹੈ ਵੈਸੇ ਵੀ ਇਹ ਉਹ ਗੀਤ ਨੇ ਇਹ ਜਿਹੜੇ ਸਾਡੇ ਦਿਲ 'ਚ ਵਸਦੇ ਨੇ ਔਰ ਇਹ ਗੀਤ ਜਿੰਨੀ ਵਾਰੀ ਵੀ ਸੁਣ ਲਈਏ ਸਾਡਾ ਜਜ਼ਬਾ ਉਸੇ ਤਰ੍ਹਾਂ ਜਵਾਨ ਹੁੰਦਾ ਹੈ ਸਾਨੂੰ ਉਸੇ ਤਰ੍ਹਾਂ ਉਹ ਵਾਲੀਆਂ ਫੀਲਿੰਗਸ ਆਉਂਦੀਆਂ ਨੇ ਕਿ ਹਾਂ ਇਹ ਵਾਕਈ ਬੜੇ ਖਾਸ ਲੋਕ ਨੇ ਕਿਹਾ ਜਾਂਦਾ ਹੈ ਕਿ ਜਨਾਬ ਇਹ ਧਰਤੀ ਨਾਲ ਸਾਡੀ ਮੁਹੱਬਤ ਜਿਹੜੀ ਹੈ ਇਹ ਸਾਡੀ ਸ੍ਰਿਸ਼ਟ ਵਿੱਚ ਸ਼ਾਮਲ ਹੈ ਸਾਡੇ ਇਸ ਧਰਤੀ ਨਾਲ ਵਫਾ ਸਾਡੀ ਮੁਹੱਬਤ ਔਰ ਇਸ ਧਰਤੀ ਨਾਲ ਸਾਡਾ ਲਗਾਓ ਜਿਹੜਾ ਹੈ ਇਹ ਸਾਡੀਆਂ ਮਾਵਾਂ ਸਾਨੂੰ ਆਪਣੇ ਦੁੱਧ 'ਚ ਪਾਉਂਦੀਆਂ ਨੇ ਇਸ ਵਾਸਤੇ ਕਿ ਇਹ ਧਰਤੀ ਹੈ ਤੇ ਅਸੀਂ ਸਾਰੇ ਹੈ ਹਾਂ ਅਗਰ ਖੁਦਾ ਨ ਖਾਸਤਾ ਇਹ ਨਹੀਂ ਤੇ ਅਸੀਂ ਕਿਤੇ ਵੀ ਨਹੀਂ ਹਾਂ ਔਰ ਅੱਜ ਦੇ ਦਿਹਾੜੇ ਖਾਸ ਤੌਰ ਤੇ ਸਤੰਬਰ ਦੇ ਵਿੱਚ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਧਰਤੀ ਨਾਲ ਆਪਣੀ ਮੁਹੱਬਤ ਦਾ ਸਬੂਤ ਦਈਏ ਔਰ ਸਬੂਤ ਇਸੇ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਕਮ ਸੇ ਕਮ ਇਹਦੇ ਵਾਸਤੇ ਦੁਆਵਾਂ ਜ਼ਰੂਰ ਮੰਗੀਏ ਇਸ ਧਰਤੀ ਦੀ ਸਲਾਮਤੀ ਵਾਸਤੇ ਇਸ ਧਰਤੀ ਦੇ ਹੋਣ ਵਾਸਤੇ ਮੇਰਾ ਨਾਮ ਰਿਆਜ਼ ਖਾਨ ਔਰ ਮੇਰੇ ਨਾਲ ਮੌਜੂਦ ਨੇ ਇੱਕ ਵਾਰੀ ਫੇਰ ਜਨਾਬ ਮਹਾਬੜ ਕਿਉਂਕਿ ਤੁਸੀਂ ਹਾਲੇ ਆਲਿਆਨ ਦੀ ਆਵਾਜ਼ ਇੰਨੀ ਸੁਰੀਲੀ ਆਵਾਜ਼ ਸੁਣੀ ਹੈ ਕਿਉਂਕਿ ਬੱਚਾ ਆਪਣੀ ਕੰਟਰੀਬਿਊਸ਼ਨ ਦੇ ਰਿਹਾ ਮੈਂ ਕਹਿੰਦੀ ਆ ਬਹੁਤ ਚੰਗੀ ਗੱਲ ਹੈ ਕਿ ਬੱਚੇ ਦੇ ਦਿਲ ਵਿੱਚ ਇਹ ਜੋਸ਼ ਹੈ ਇਹ ਜਜ਼ਬਾ ਹੈ ਕਿ ਅਸੀਂ ਆਪਣੀ ਸੋਹਣੀ ਧਰਤੀ ਨਾਲ ਪਿਆਰ ਕਰਨੇ ਆ ਤੇ ਇਹਦੇ ਵਾਸਤੇ ਆਪਣੀ ਜਾਨ ਵੀ ਕੁਰਬਾਨ ਕਰਨ ਨੂੰ ਤਿਆਰ ਆ ਇਹ ਬੜੀ ਚੰਗੀ ਗੱਲ ਹੈ ਇਹ ਸਾਰਿਆਂ ਬੱਚਿਆਂ 'ਚ ਇਹ ਜੋਸ਼ ਤੇ ਜਜ਼ਬਾ ਹੋਣਾ ਹੀ ਚਾਹੀਦਾ ਹੈ ਇਸ ਦੇ ਨਾਲ ਸਾਰੇ ਫਨਕਾਰ ਜਿਹੜੇ ਨੇ ਪ੍ਰੋਗਰਾਮ ਸ਼ਾਮਿਲ ਹੁੰਦੇ ਜਾ ਰਹੇ ਨੇ ਤੇ ਹੁਣੀ ਨਵਾਂ ਪ੍ਰਾਹੁਣੇ ਨੇ ਵੀ ਸਾਨੂੰ ਜੁਆਇਨ ਕੀਤਾ ਹੈ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਸਾਡੇ ਪ੍ਰਾਹੁਣੇ ਨੇ ਇਹ ਜਿਹੜੇ ਸਾਡੇ ਫਨਕਾਰ ਨੇ ਇਹ ਹੀ ਅਸਲ ਪਾਕਿਸਤਾਨ ਨੇ ਔਰ ਪਾਕਿਸਤਾਨ ਦੀ ਸ਼ਾਨ ਵਧਾਉਣ 'ਚ ਫਨਕਾਰਾਂ ਨੇ ਹਮੇਸ਼ਾ ਕੰਟਰੀਬਿਊਟ ਕੀਤਾ ਹੈ ਔਰ ਖਾਸ ਤੌਰ ਤੇ 1965 ਦੀ ਜੰਗ ਦੇ ਵਿੱਚ ਜਿਸ ਤਰ੍ਹਾਂ ਫਨਕਾਰਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਉਹਦੀਆਂ ਮਿਸਾਲਾਂ ਮੇਰਾ ਖਿਆਲ ਹੈ ਹੋਰ ਧਰਤੀਆਂ ਤੇ ਸ਼ਾਇਦ ਘੱਟ ਹੀ ਹੋਣਗੀਆਂ ਫੋਕ ਗਾਇਕੀ ਦਾ ਇੱਕ ਬਹੁਤ ਵੱਡਾ ਨਾਮ ਜਿਹਨੇ ਪਾਕਿਸਤਾਨ ਦਾ ਨਾਮ ਰੌਸ਼ਨ ਕੀਤਾ ਉਹ ਥੀਏਟਰ ਦੇ ਫਨਕਾਰ ਜਿਨ੍ਹਾਂ 'ਚ ਆਲਮ ਲੋਹਾਰ ਸਾਹਿਬ ਦੀ ਗੱਲ ਕਰ ਲਈਏ ਬਾਲੀ ਜੱਟੀ ਦੀ ਗੱਲ ਕਰ ਲਈਏ ਅਨੈਸ ਸੈਨ ਭੱਟੀ ਹੋਰਾਂ ਦੀ ਗੱਲ ਕਰ ਲਈਏ ਆਸ਼ਿਕ ਜੱਟ ਹੋਰਾਂ ਦੀ ਗੱਲ ਕਰ ਲਈਏ ਇਹ ਸਾਰੇ ਵੱਡੇ ਲੋਕ ਇਹ ਸਾਰੇ ਵੱਡੇ ਫਨਕਾਰ ਜਿਨ੍ਹਾਂ ਨੇ ਆਪਣੇ ਆਪ ਨੂੰ ਮਨਵਾਇਆ ਔਰ ਉਹਨਾਂ ਦੀ ਕੰਟੀਨਿਊਟੀ ਜਿਹੜੀ ਸੀ ਉਹਦੇ ਵਿੱਚ ਇੱਕ ਹੋਰ ਵੱਡਾ ਨਾਂ ਹੈ ਸਾਡੇ ਇਸ ਮੁਲਕ ਦਾ ਜਿਸ ਨੇ ਆਪਣੇ ਆਪ ਨੂੰ ਮਨਵਾਇਆ ਔਰ ਮੈਂ ਇਸ ਫਨਕਾਰ ਦੇ ਬਾਰੇ 'ਚ ਹਮੇਸ਼ਾ ਕਹਿਣਾ ਹੁੰਦਾ ਕਿ ਸਾਡਾ ਚੱਲਦਾ ਫਿਰਦਾ ਪਾਕਿਸਤਾਨ ਹੈ ਜਾਂ ਇਹ ਸਾਡਾ ਚੱਲਦਾ ਫਿਰਦਾ ਪੰਜਾਬ ਹੈ ਟੁਰਦਾ ਫਿਰਦਾ ਪੰਜਾਬ ਇੱਕ ਅਜਿਹਾ ਗੱਭਰੂ ਜਦੋਂ ਗਾਉਂਦਾ ਹੈ ਔਰ ਆਪਣੇ ਵਤਨ ਦੇ ਆਪਣੀ ਧਰਤੀ ਦੇ ਖਾਸ ਤੌਰ ਤੇ ਗੀਤ ਗਾਉਂਦਾ ਹੈ ਤੇ ਸਾਨੂੰ ਬਹੁਤ ਚੰਗਾ ਲੱਗਦਾ ਫੋਕ ਗਾਇਕੀ ਉਹਦੇ ਕੋਲ ਹੈ ਉਹਨੇ ਫੋਕ ਗਾਇਕੀ ਸਿੱਖੀ ਆਪਣੇ ਵਾਲਿਦ ਸਾਹਿਬ ਕੋਲੋਂ ਫੋਕ ਗਾਇਕੀ ਤਸਵੁਫ ਦੀ ਗਾਇਕੀ ਲੇਕਿਨ ਮਿਲੀ ਨਗਮੇ ਵੀ ਉਸੇ ਜਜ਼ਬੇ ਨਾਲ ਗਾਉਂਦਾ ਹੈ ਜਿਸ ਜਜ਼ਬੇ ਨਾਲ ਕਿਸੇ ਵੀ ਧਰਤੀ ਦੇ ਜਵਾਨ ਜਿਹੜੇ ਨੇ ਉਹ ਗਾ ਸਕਦੇ ਨੇ ਪ੍ਰਾਈਡ ਆਫ ਪਰਫਾਰਮੈਂਸ ਹੈ ਔਰ ਸਾਨੂੰ ਇਹਨੂੰ ਮਿਲਣਾ ਹਮੇਸ਼ਾ ਬਹੁਤ ਚੰਗਾ ਲੱਗਦਾ ਹੈ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਫਜ਼ਲ ਜੱਟ ਹੋਰਾਂ ਦੇ ਨਾਲ ਅਸਲਾਮ ਅਲੈਕੁਮ अस्सलाम वालेकुम जी ਕੀ ਹਾਲ ਹੈ ਤੁਹਾਡਾ अल्हम्दुलिल्लाह जी ਯੋਮ सोहना। ਦਿਫਾ ਤੁਹਾਨੂੰ ਬਹੁਤ ਬਹੁਤ ਮੁਬਾਰਕ सर ढेर सारा मुबारक ਅੱਜ ਮੈਂ ਬੜਾ ਖੁਸ਼ ਸੀ ਕਿਉਂਕਿ ਅੱਜ ਦੀ ਦਿਹਾੜੀ ਫਨਕਾਰਾਂ ਨੇ ਵੀ ਸਾਬਤ ਕਰਤਾ ਕਿ ਅਸੀਂ ਪਾਕਿਸਤਾਨ ਦੇ ਫੌਜੀ ਹਾਂ ਚਾਹੇ ਉਹ ਨੂਰ ਜਹਾਂ ਹੈ ਚਾਹੇ ਮੇਰਾ ਬਾਪੂ ਹੈ ਜਾਂ ਸ਼ੌਕਤ ਅਲੀ ਜਾਂ ਮਸੂਦ ਰਾਣਾ ਉਹਨਾਂ ਨੇ ਫੌਜੀਆਂ ਤਰ੍ਹਾਂ ਜੰਗ ਲੜੀ ਹੈ ਤੇ ਅੱਜ ਮੇਰਾ ਫਖਰ ਨਾਲ ਸਿਰ ਉੱਚਾ ਹੈ ਕਿ ਚਲੋ ਅਸੀਂ ਸ਼ਹੀਦਾਂ ਦੀ ਨਹੀਂ ਤੇ ਚਲੋ ਗਾਜ਼ੀਆਂ ਦੀ ਔਲਾਦ ਤੇ ਫਿਰ ਹੈਗੇ ਹੀ ਹੈ ਨਾ ਕੋਈ ਸ਼ੱਕ ਨਹੀਂ ਇਹਦੇ 'ਚ ਅਲਹਮਦੁਲਿਲਾ ਜੀ ਜਿਉਂਦੇ ਬਚੇ ਰਹੋ ਔਰ ਤੁਸੀਂ ਜਿਸ ਤਰ੍ਹਾਂ ਇਸ ਧਰਤੀ ਨਾਲ ਮੁਹੱਬਤ ਦਾ ਸਬੂਤ ਬਾਹਰ ਦੇ ਮੁਲਕਾਂ 'ਚ ਵੀ ਜਾ ਕੇ ਦਿੰਦੇ ਹੋ ਉਹਦੇ ਲਈ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਤੁਸੀਂ ਸਾਡੇ ਫਨਕਾਰਾਂ ਦੀ ਬੜੀ ਖੂਬਸੂਰਤ ਨੁਮਾਇੰਦਗੀ ਹਮੇਸ਼ਾ ਕਰਦੇ ਹੋ ਔਰ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਪਾਕਿਸਤਾਨ ਟੈਲੀਵਿਜ਼ਨ ਤੇ ਜੀ ਆਇਆਂ ਨੂੰ ਆ ਕੇ ਸਾਨੂੰ ਹਮੇਸ਼ਾ ਬਹੁਤ ਚੰਗਾ ਲੱਗਦਾ ਹੈ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਔਰ ਖੁਸ਼ੀ ਇਸ ਚੀਜ਼ ਦੀ ਹੈ ਕਿ ਜਿਹੜਾ ਇੱਕ ਪੀਟੀਵੀ ਘਰਾਨਾ ਇਹ ਚੱਲਦਾ ਆ ਰਿਹਾ ਹੈ ਠੀਕ ਹੈ ਬੰਦੇ ਆਉਂਦੇ ਨੇ ਬੰਦੇ ਚਲੇ ਜਾਂਦੇ ਨੇ ਲੇਕਿਨ ਇਹਦੀ ਸਾਖ ਨਹੀਂ ਟੁੱਟੀ ਅਗਰ ਵੇਖੋ ਨਾ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਸੀ ਕਿ ਜੇ ਮੇਰਾ ਚਾਚਾ ਸ਼ੌਕਤ ਅਲੀ ਨਹੀਂ ਹੈਗਾ ਤੇ ਅੱਜ ਉਹਦਾ ਪੁੱਤ ਇੱਥੇ ਬੈਠਾ ਗਾ ਰਿਹਾ ਸੀ ਅੱਜ ਮੇਰਾ ਭਰਾ ਵੱਡਾ ਦਿਲਦਾਰ ਪੇਸ਼ ਭੱਟੀ ਨਹੀਂ ਹੈਗਾ ਤੇ ਉਹਦੀ ਜਗ੍ਹਾ ਤੇ ਰਿਆਜ਼ ਖਾਨ ਬੈਠਾ ਹੈ ਇਸੇ ਤਰ੍ਹਾਂ ਅਗਰ ਕੋਈ ਹੋਰ ਜਿਹੜੀ ਹੋਸਟ ਸੀ ਉਹ ਅੱਜ ਨਹੀਂ ਹੈਗੀ ਤੇ ਉਹਦੀ ਜਗ੍ਹਾ ਤੇ ਧੀ ਰਾਣੀ ਬੈਠੀ ਹੈ ਇਹ ਵੇਖੋ ਨਾ ਪੀਟੀਵੀ ਦਾ ਸਫ਼ਰ ਜਾਰੀ ਹੈ ਔਰ ਇਹ ਸਾਡੀਆਂ ਨਸਲਾਂ ਦੇ ਨਾਲ ਇਹ ਚੱਲਦਾ ਰਹਿਣਾ ਹੈ ਔਰ ਇਸੇ ਤਰ੍ਹਾਂ ਅਸੀਂ ਮਿਲੀ ਨਗਮੇ ਗਾਉਂਦੇ ਰਹੀਏ ਆਮੀਨ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਜਿਹੜਾ ਵੀ ਤੁਹਾਡੇ ਦਿਲ ਦੇ ਨੇੜੇ ਹੈ ਵੈਸੇ ਮੈਂ ਚਾਹਾਂਗਾ ਕਿ ਆਸ਼ਿਕ ਜੱਟ ਹੋਰਾਂ ਦਾ ਕੋਈ ਗਾਇਆ ਹੋਇਆ ਮਿਲੀ ਨਗਮਾ ਸਾਨੂੰ ਪਹਿਲੇ ਤੋਂ ਸੁਣਾਓ ਉਸ ਤੋਂ ਬਾਅਦ ਬਾਕੀ ਦੇ ਤੁਹਾਡੇ ਨਾਲ ਗੱਲਾਂ ਹਾਂਜੀ ਮੈਂ ਤੁਹਾਨੂੰ ਉਹ ਨਗਮਾ ਸੁਣਾਉਣਾ ਜੀ ਕਿ ਜਦੋਂ 65 ਦੀ ਜੰਗ ਜਿੱਤ ਗਈ ਨਾ ਤੇ ਹਰ ਪਾਸੇ ਰੌਲਾ ਪੈ ਗਿਆ ਤੇ ਮੇਰਾ ਬਾਪੂ ਇੰਗਲਿਸਤਾਨ ਗਿਆ ਤੇ ਉੱਥੇ ਜਿਹੜਾ ਮਿਲੇ ਉਹ ਕਵੇ ਉਹ ਜੱਟਾ 500 ਟੈਂਕਾਂ ਦਾ ਹਮਲਾ
ਇਹ ਪਾਕਿਸਤਾਨ ਦੇ ਜਵਾਨ ਕਿਹੜੇ ਜਵਾਨ ਨੇ? ਤੇ ਮੇਰੇ ਅੱਬੇ ਨੇ ਲਿਖਿਆ, ਓਏ ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ, ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ। ਓਏ 500 ਟੈਂਕ ਦਾ ਹਮਲਾ ਡਕਿਆ, 500 ਟੈਂਕ ਦਾ ਹਮਲਾ ਡਕਿਆ, ਦੇ ਕੇ ਤੂੰ ਕੁਰਬਾਨੀਆਂ। ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ, ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ। ਆਦੀ ਜਾ ਵੈਰੀਆਂ ਨੇ ਆਖਿਆ ਕਿ ਅਸੀਂ ਚਾਹ ਜਾ ਕੇ ਲਾਹੌਰ ਮਾਲ ਤੋਂ ਪੀਣੀ ਹੈ, ਪਰ ਸਾਡੇ ਜਵਾਨਾਂ ਨੇ ਆਲੀ ਜਾ ਉਹ ਕਰ ਵਿਖਾਇਆ। ਓਏ ਤੂਫਾਨਾਂ ਨਾਲ ਲੜਨਾ ਆਉਂਦਾ, ਛੱਤਾਂ ਦੇ ਵਿੱਚ ਡਰਨਾ, ਤੂਫਾਨਾਂ ਨਾਲ ਲੜਨਾ ਆਉਂਦਾ, ਛੱਤਾਂ ਦੇ ਵਿੱਚ ਡਰਨਾ, ਇੱਕ ਦੂਜੇ ਲਈ ਜੀਣਾ ਆਉਂਦਾ, ਇੱਕ ਦੂਜੇ ਲਈ ਮਰਨਾ, ਸਾਡੇ ਖੂਨ ਦੇ ਵਿੱਚ ਨਹੀਂ ਸ਼ਾਮਲ ਕਿਸੇ ਕੋਲੋਂ ਵੀ ਡਰਨਾ। ਮਾਰ ਕੇ ਨਾਰਾ ਯਾ ਅਲੀ ਦਾ ਟੈਂਕਾਂ ਥੱਲੇ ਵੜਨਾ, ਮਾਰ ਕੇ ਨਾਰਾ ਯਾ ਅਲੀ ਦਾ ਟੈਂਕਾਂ ਥੱਲੇ ਵੜਨਾ। ਤੇਰਾ ਜਜ਼ਬਾ ਵੇਖ ਕੇ ਦੁਨੀਆ ਹੋ ਗਈਆਂ ਹੈਰਾਨੀਆਂ। ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ, ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ। ਓਏ ਮੇਰੀ ਮਿੱਟੀ ਸੋਨਾ ਉੱਗੇ, ਉੱਗੇ ਹੀਰੇ ਮੋਤੀ, ਮੇਰੀ ਮਿੱਟੀ ਸੋਨਾ ਉੱਗੇ, ਉੱਗੇ ਹੀਰੇ ਮੋਤੀ। ਓਏ ਪਿੰਕ ਨਮਕ ਦਾ ਜੋੜ ਕੋਈ ਨਹੀਂ, ਕੇਟੂ ਉੱਚੀ ਚੋਟੀ। ਪਿੰਕ ਸਾਡਾ ਨਮਕ, ਪੂਰੀ ਦੁਨੀਆ ਤੇ ਐਸਾ ਨਮਕ ਨਹੀਂ ਹੈ ਗਾਲੀ ਜਾ। ਪਿੰਕ ਨਮਕ ਦਾ ਜੋੜ ਕੋਈ ਨਹੀਂ, ਕੇਟੂ ਉੱਚੀ ਚੋਟੀ। ਪਿੰਕ ਨਮਕ ਦਾ ਜੋੜ ਕੋਈ ਨਹੀਂ, ਕੇਟੂ ਉੱਚੀ ਚੋਟੀ। ਸਾਰੀ ਦੁਨੀਆ ਵੇਖ ਕੇ ਤੈਨੂੰ, ਸਾਰੀ ਦੁਨੀਆ ਵੇਖ ਕੇ ਤੈਨੂੰ ਹੋ ਗਈਆਂ ਹੈਰਾਨੀਆਂ। ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ, ਬੱਲੇ ਪਾਕਿਸਤਾਨੀਆਂ, ਓਏ ਬੱਲੇ ਪਾਕਿਸਤਾਨੀਆਂ। सलाम है शहीदां नूं सलाम है, सलाम है शहीदां नूं सलाम है, सलाम है मावां नूं सलाम है, जिन्हां दे पुत सीनियां ते बंब बन के आप मना मिट्टी थले जा सुते। पर रेंदी दुनिया तक ये रोशनी दे गए कि पाकिस्तान का दिफा पाकिस्तान की औलाद कर दिए, चाहे उन्हें फौज के कपड़े पाए हो या एक मजदूर दे। रब की सौ 65 की जंग ने पूरी दुनिया को दसिया। ओए 500 टैंक का हमला डकिया, 500 टैंक का हमला डकिया, देखे तू कुर्बानियां। बल्ले पाकिस्तानिया, ओए बल्ले पाकिस्तानिया, बल्ले पाकिस्तानिया। क्या बात है जी, बल्ले पाकिस्तानी। बल्ले पाकिस्तानी जिथे जिथे भी है फजल जट वो अपना आप साबित करता है। ਤੁਹਾਨੂੰ ਬਹੁਤ ਦਫਾ ਇਤਫਾਕ ਹੋਇਆ ਹੈ ਪਾਕਿਸਤਾਨ ਨੂੰ ਬਾਹਰ ਜਾ ਕੇ ਪਰਫਾਰਮੈਂਸ ਦੇਣ ਦਾ। ਦੱਸੋ ਉੱਥੇ ਜਿਹੜੇ ਤੁਹਾਡੇ ਆਪਣੇ ਸੰਗੀ ਬੇਲੀ ਹੁੰਦੇ ਨੇ ਪਾਕਿਸਤਾਨੀ, ਉਹ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਿਐਕਸ਼ਨ ਦਿਖਾਉਂਦੇ ਨੇ ਤੁਹਾਨੂੰ ਵੇਖ ਕੇ? ਸਰ ਉਹ ਬੜੀ ਖੁਸ਼ੀ ਦਾ ਰੰਗ ਬਣ ਜਾਂਦਾ ਹੈ, ਕਿਉਂਕਿ ਆਪਣੇ ਦੇਸ਼ ਦੀ ਖੁਸ਼ਬੂ ਉਹ ਬਾਹਰੋਂ ਕਿਧਰੋਂ ਆਵੇ ਤੇ ਫਿਰ ਬੜਾ ਹੀ ਸਵਾਦ ਆਉਂਦਾ ਹੈ। ਤੇ ਮੈਨੂੰ ਕਾਫੀ ਸਾਰੀਆਂ ਆਜ਼ਾਦੀ ਦੀਆਂ ਖੁਸ਼ੀਆਂ ਬਾਹਰ ਨਸੀਬ ਹੋਈਆਂ ਤੇ ਮੈਂ ਵੇਖਿਆ ਕਿ ਜਿਵੇਂ ਸਾਡੀਆਂ ਇੱਥੇ ਬਾਲੜੀਆਂ ਬੱਚੇ ਸਜਦੇ ਨੇ, ਔਰ ਰੱਬ ਦੀ ਸਹੁੰ ਉੱਥੇ ਵੀ ਮੈਂ ਵੇਖੇ ਨੇ ਨਿੱਕੇ ਨਿੱਕੇ ਬੱਚੇ ਪਾਕਿਸਤਾਨ ਦੇ ਝੰਡੇ ਪਾ ਕੇ ਲਗੇ ਫਿਰਦੇ ਨੇ। ਤੇ ਇਹ ਪਾਕਿਸਤਾਨੀ, ਔਰ ਅਲਹਮਦੁਲਿਲਾ ਜਿੱਥੇ ਜਿੱਥੇ ਪਾਕਿਸਤਾਨੀ ਵਸਦਾ ਸਮਝੋ ਉੱਥੇ ਉੱਥੇ ਪੂਰਾ ਪਾਕਿਸਤਾਨ ਵਸਦਾ। ਵਾਹ, ਕਿੰਨੀ ਸੋਹਣੀ ਗੱਲ ਤੁਸੀਂ ਕੀਤੀ ਹੈ। ਫਜ਼ਲ ਜੱਟ ਜੀ, ਮਿਲੀ ਨਗਮੇ ਜਦੋਂ ਤੁਸੀਂ ਸਿਲੈਕਟ ਕਰਦੇ ਹੋ,
ਭਾਵੇਂ ਉਹ ਫੋਕ ਗਾਇਕੀ 'ਚ ਹੀ ਕਿਉਂ ਨਾ ਤੁਸੀਂ ਉਹਨਾਂ ਅਲਫਾਜ਼ਾਂ ਦਾ ਚੁਣਾਵ ਕਰਦੇ ਹੋ, ਤੇ ਕਿਵੇਂ ਸਿਲੈਕਟ ਕਰਦੇ ਹੋ? ਜਾਂ ਤੁਸੀਂ ਕਿਸੇ ਦੀ ਰਹਿਨੁਮਾਈ ਹਾਸਿਲ ਕਰਦੇ ਹੋ ਕਿ ਮੈਨੂੰ ਇੱਕ ਗਾਈਡ ਕਰਦੇ ਹੋ ਕਿ ਇਹ ਅਲਫਾਜ਼, ਜਾਂ ਤੁਸੀਂ ਆਪ ਇਹਦੇ ਤੇ ਬਹਿ ਕੇ ਪੂਰੀ ਰਿਸਰਚ ਕਰਦੇ ਹੋ ਕਿ ਹਾਂ ਬਈ ਇਸ ਤਰ੍ਹਾਂ ਦੇ ਅਲਫਾਜ਼ ਜਾਂ ਇਹ ਗੁਲਕਾਰੀ ਜਾਂ ਇਹ ਸ਼ਾਇਰੀ ਮੈਨੂੰ ਚਾਹੀਦੀ ਹੈ? ਸੱਚ ਤੇ ਗੱਲ ਇਹ ਕਿ ਪੁੱਤਰਾ ਅਸੀਂ ਤੇ ਗੱਲ ਪਿਆ ਢੋਲ ਵਜਾ ਰਹੇ ਹਾਂ। ਹਾਏ ਇਹ ਸਾਨੂੰ ਕੀਤਾ ਕਿਤਾਇਆ ਮੇਰੇ ਵਾਲਦ ਸਾਹਿਬ ਦਾ ਇਲਮ ਹੈ, ਉਹਨਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਇਹ ਲਿਆ ਤੇ ਅਲਹਮਦੁਲਿਲਾ ਮੈਂ ਇਹਨਾਂ ਹਾਲਾਂ ਦੇ ਵਿੱਚ ਨਿੱਕਾ ਜਿਹਾ ਖੇਡਦਾ ਰਿਹਾ। ਇਹ ਹਾਲਾਂ ਦੇ ਵਿੱਚ ਅਸੀਂ ਪਲੇ ਹਾਂ ਤੇ ਅਸੀਂ ਫਨਕਾਰ ਕੋਈ ਨਹੀਂ, ਅਸੀਂ ਤੇ ਬਸ ਇੱਕ ਲਕੀਰ ਦੇ ਫਕੀਰ ਹਾਂ ਤੇ ਜਿਹੜੀਆਂ ਗੱਲਾਂ ਵੱਡਿਆਂ ਕੋਲੋਂ ਸੁਣੀਆਂ ਉਹ ਕਰ ਛੱਡੀ ਦੀਆਂ। ਅੱਛਾ, ਉਹ ਗੱਲਾਂ ਤੁਸੀਂ ਯਕੀਨਨ ਕੀਤੀਆਂ ਔਰ ਬੜੀਆਂ ਚੰਗੀਆਂ ਕੀਤੀਆਂ। ਟੈਕਨੋਲੋਜੀ ਬਹੁਤ ਤੇਜ਼ ਨਹੀਂ ਸੀ ਲੇਕਿਨ ਜਜ਼ਬਾ ਬਹੁਤ ਸ਼ਾਨਦਾਰ ਸੀ। ਟੈਕਨੋਲੋਜੀ ਨਹੀਂ ਸੀ ਲੇਕਿਨ ਜਜ਼ਬਾ 65 ਦੀ ਵਾਰ ਦਾ ਜਿਹੜਾ ਜਜ਼ਬਾ ਹੈ ਨਾ ਜੀ, ਉਹ ਬਹੁਤ ਆਲਾ, ਬੜਾ ਸੁਚਲ ਜਜ਼ਬਾ ਸੀ। ਅਸੀਂ ਚਾਹੁੰਦੇ ਹਾਂ ਕਿ ਉਸੇ ਜਜ਼ਬੇ ਨੂੰ ਇੱਕ ਵਾਰ ਫਿਰ ਯਾਦ ਕਰੀਏ ਔਰ ਜੀਵੇ ਪਾਕਿਸਤਾਨ ਇੱਕ ਬੜਾ ਖੂਬਸੂਰਤ ਜਿਹਾ ਨਗਮਾ ਤੁਹਾਡੇ ਕੋਲ ਹੈ, ਮੈਂ ਤੁਹਾਡੇ ਕੋਲ ਕਈ ਵਾਰੀ ਸੁਣਿਆ। ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਜਿਉਣ ਦੀ ਗੱਲ ਕਰੀਏ, ਜੀਵੇ ਪਾਕਿਸਤਾਨ ਗਾਈਏ ਹੋ ਤੁਹਾਡੇ ਨਾਲ। ਜੀਵੇ 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 ਪਾਕਿਸਤਾਨ, ਜੀਵੇ 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 ਪਾਕਿਸਤਾਨ, ਪਿਆਰਾ 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 ਪਾਕਿਸਤਾਨ, ਸੋਹਣਾ ਸੋਹਣਾ ਪਿਆਰਾ ਪਾਕਿਸਤਾਨ। ਮੇਰੇ ਦਿਲ ਦੀ ਇੱਕ ਇੱਕ ਧੜਕਣ, ਸਾਡੇ ਦਿਲ ਦੀ ਇੱਕ ਇੱਕ ਧੜਕਣ ਤੇਰੇ ਤੋਂ ਕੁਰਬਾਨ, ਪਿਆਰਾ 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 ਪਾਕਿਸਤਾਨ, ਪਿਆਰਾ 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 ਪਾਕਿਸਤਾਨ। ਨਾ ਕੋਈ ਸਿੰਧੀ, ਨਾ ਪੰਜਾਬੀ, ਨਾ ਬਲੋਚ ਪਠਾਨ, ਅਸੀਂ ਆ ਪਾਕਿਸਤਾਨੀ, ਸਾਡਾ ਦੇਸ਼ ਹੈ ਪਾਕਿਸਤਾਨ। ਸਾਡੇ ਪਿਆਰ ਮੁਹੱਬਤ ਵਿੱਚ ਫਰਕ ਕਿਸੇ ਨੇ ਪਾਇਆ, ਸਾਡੇ ਪਿਆਰ ਮੁਹੱਬਤ ਵਿੱਚ ਫਰਕ ਕਿਸੇ ਨੇ ਪਾਇਆ। ਮਾਰ ਦਿਆਂਗੇ ਸਭ ਮੁਨਾਫਿਕ ਜਿਹੜਾ ਸਾਹਮਣੇ ਆਇਆ, ਮਾਰ ਦਿਆਂਗੇ ਸਭ ਮੁਨਾਫਿਕ ਜਿਹੜਾ ਸਾਹਮਣੇ ਆਇਆ। ਓਏ ਇੱਕ ਮਿਕ ਸਾਡੀਆਂ ਸਾਵਾਂ ਨੇ ਤੇ ਇੱਕ ਮਿਕ ਸਾਡੀ ਜਾਨ, ਪਿਆਰਾ ਪਿਆਰਾ ਪਾਕਿਸਤਾਨ, ਪਿਆਰਾ 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 ਪਾਕਿਸਤਾਨ। ਸਾਡੇ ਦੇਸ਼ ਦੀ ਮਿੱਟੀ ਸਾਨੂੰ ਜਿੰਦੜੀ ਨਾਲੋਂ ਪਿਆਰੀ, ਕਈ ਜਾਨਾਂ ਦੇ ਮੁੱਲ ਲਈਏ ਜਾਣੇ ਖਲਕਤ ਸਾਰੀ। ਇੱਕ ਮਾਈ ਜਦੋਂ ਉਜਾੜਾ ਪਿਆ ਨਾ, ਐਲਾਨ ਹੋਇਆ ਕਿ ਪਾਕਿਸਤਾਨ ਬਣ ਗਿਆ ਹੈ, ਤੇ ਅਲੀਜਾ ਜਿਸ ਕਾਫਲੇ 'ਚ ਮੇਰੀ ਨਾਨੀ ਆਈ, ਉਸ ਕਾਫਲੇ ਦੀ ਸਰਦਾਰਨੀ ਮੁਹੰਮਦ ਬੀਬੀ ਸੀ। ਉਹ ਜਦੋਂ ਆਪਣੇ ਨਾਲ ਕਾਫਲਾ ਲੈ ਕੇ ਟੁਰੀ ਸੀ ਨਾ, ਤੇ ਉਹਦੇ ਨਾਲ 500-700 ਜਨਾਨੀਆਂ ਤੇ ਜਵਾਨ ਸਨ। ਤੇ ਜਦੋਂ ਉਹ ਪਾਕਿਸਤਾਨ ਦੀ ਧਰਤੀ ਤੇ ਪੜੀ ਸੀ, ਸਿਰਫ ਉਹਦੇ ਨਾਲ ਇੱਕ ਸੈਂਕੜੇ ਦੇ ਕੋਲ ਔਰਤਾਂ ਸਨ ਅਲੀਜਾ, ਉਹ ਵੀ ਜਵਾਨ ਬੱਚੀਆਂ ਜਿਨ੍ਹਾਂ ਨੂੰ ਬਚਾ ਕੇ ਉਹ ਲੈ ਆਈ। ਇਹ ਮੁਲਕ ਸਾਨੂੰ ਇੰਜ ਨਹੀਂ ਮਿਲਿਆ, ਇਸ ਲਈ ਮੇਰੇ ਵੱਡਿਆਂ ਨੇ ਲਿਖਿਆ, ਸਾਡੇ ਦੇਸ਼ ਦੀ ਮਿੱਟੀ ਸਾਨੂੰ ਜਿੰਦੜੀ ਨਾਲੋਂ ਪਿਆਰੀ, ਕਈ ਜਾਨਾਂ ਦੇ ਮੁੱਲ ਲਈਏ ਜਾਣੇ ਖਲਕਤ ਸਾਰੀ। ਓਏ ਸਾਡਾ ਮਜ਼ਹਬ ਪਿਆਰ ਸਿਖਾਵੇ, ਅਸੀਂ ਕਿਸੇ ਨਾਲ ਲੜਦੇ ਨਹੀਂ, ਸਾਡਾ ਮਜ਼ਹਬ ਪਿਆਰ ਸਿਖਾਵੇ, ਅਸੀਂ ਕਿਸੇ ਨਾਲ ਲੜਦੇ ਨਹੀਂ। ਅੱਲਾ ਦੀ ਸੌ ਅੱਲਾ ਜਾਣੇ, ਸ਼ੈਤਾਨਾਂ ਤੋਂ ਡਰਦੇ ਨਹੀਂ, ਅੱਲਾ ਦੀ ਸੌ ਅੱਲਾ ਜਾਣੇ, ਸ਼ੈਤਾਨਾਂ ਤੋਂ ਡਰਦੇ ਨਹੀਂ। ਸਾਡਾ ਜਜ਼ਬਾ ਵੇਖ ਕੇ ਦੁਨੀਆ, ਸਾਡਾ ਜਜ਼ਬਾ ਵੇਖ ਕੇ ਦੁਨੀਆ ਹੋ ਜਾਂਦੀ ਹੈਰਾਨ, ਪਿਆਰਾ 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 ਪਾਕਿਸਤਾਨ, ਪਿਆਰਾ 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 ਪਾਕਿਸਤਾਨ। ਸਾਡੇ ਦਿਲ ਦੀ ਇੱਕ ਇੱਕ ਧੜਕਣ, ਮੇਰੇ ਦਿਲ ਦੀ ਇੱਕ ਇੱਕ ਧੜਕਣ ਤੇਰੇ ਤੋਂ ਕੁਰਬਾਨ, ਪਿਆਰਾ 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 ਪਾਕਿਸਤਾਨ, ਸੋਹਣਾ 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 ਪਾਕਿਸਤਾਨ, ਤੇਰਾ ਮੇਰਾ ਸਭ ਦਾ ਪਾਕਿਸਤਾਨ। क्या बात है, बहुत क्या बात है। प्यारा अच्छा, पाकिस्तान। ਤੁਸੀਂ ਬੜੇ ਖੂਬਸੂਰਤ ਅੰਦਾਜ਼ 'ਚ ਉਸ ਮੰਜ਼ਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। 1947 'ਚ ਸਾਡੇ ਵੱਡਿਆਂ ਨੇ ਜਿੰਨੀ ਮੁਹੱਬਤ ਦੇ ਨਾਲ
ਜਿੱਡੇ ਦਿਲੋਂ ਮਿਹਨਤ ਕਰਕੇ ਹਿੰਮਤ ਕਰਕੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਕਿਆਦਤ ਦੇ ਵਿੱਚ ਇਸ ਪਾਕਿਸਤਾਨ ਨੂੰ ਹਾਸਲ ਕੀਤਾ। ਔਰ ਫਿਰ ਉਸ ਤੋਂ ਬਾਅਦ 1965 'ਚ ਜਿਸ ਤਰ੍ਹਾਂ ਆਮ ਆਵਾਮ ਨੇ ਅਫਵਾਜੇ ਪਾਕਿਸਤਾਨ ਦੇ ਨਾਲ ਰਲ ਕੇ ਸਾਬਤ ਕੀਤਾ ਕਿ ਨਹੀਂ ਅਸੀਂ ਇੱਕ ਜ਼ਿੰਦਾ ਕੌਮ ਆ, ਸਾਨੂੰ ਲੜਨਾ ਮਰਨਾ ਆਉਂਦਾ ਹੈ। ਹਾਂਜੀ, ਇਹਦੇ 'ਚ ਸਭ ਤੋਂ ਵੱਡੀ ਨਿਸ਼ਾਨੀ ਇਹ ਸੀ ਕਿ ਸੰਨ 1947 ਚ ਮੁਲਕ ਤੇ ਬਣ ਗਿਆ, ਪਰ ਬਹੁਤ ਸਾਰੀਆਂ ਨਜ਼ਰਾਂ ਇਹਨੂੰ ਵਸਦਾ ਨਹੀਂ ਸਨ ਵੇਖਣੀਆਂ ਤੇ ਚਾਹੀਦੀਆਂ। ਫਿਰ ਅਗਲੇ ਗੀਤ ਵੱਲ ਟੁਰ ਚਲੀਏ, ਮੈਂ ਗੱਭਰੂ ਪਾਕਿਸਤਾਨ ਦਾ। ਹਾਂਜੀ ਵਾਹ ਬਿਲਕੁਲ ਜੀ ਜੀ, ਵਾਹ। ਵੇਖੋ ਨਾ ਕਿ ਤੁਸੀਂ ਪਾਕ ਆਰਮੀ ਵੇਖੋਗੇ ਨਾ ਤੇ ਤੁਹਾਨੂੰ 7-7 ਫੁੱਟ ਦੇ ਸੋਹਣੇ ਜਵਾਨ ਨਜ਼ਰ ਆਉਣਗੇ। ਹਾਂ। ਤੁਹਾਨੂੰ ਉੱਥੇ ਚੌੜੀਆਂ ਛਾਤੀਆਂ ਵਾਲੇ ਜਵਾਨ ਨਜ਼ਰ ਆਣਗੇ ਔਰ ਉਹਨਾਂ ਦੇ ਵਿੱਚ ਤੁਹਾਨੂੰ ਮਲੂਕੜੇ ਵੀ ਨਜ਼ਰ ਆਣਗੇ ਜਿਹੜੇ ਬੜੇ ਤਿੱਖੇ ਨੇ, ਕਿਉਂਕਿ ਇਹ ਕੰਮ ਹੀ ਐਸਾ ਹੈ, ਇਹ ਸੁੱਤੇ ਬੰਦੇ ਦਾ ਕੰਮ ਨਹੀਂ, ਫੌਜ ਕੰਮ ਹੀ ਜਾਗੇ ਬੰਦੇ ਦਾ। ਤੇ ਭਾਜੀ ਅਸੀਂ ਕਿਉਂ ਨਾ ਆਖੀਏ ਅਸੀਂ ਗੱਭਰੂ ਪਾਕਿਸਤਾਨ ਦੇ, ਅਸੀਂ ਗੱਭਰੂ ਪਾਕਿਸਤਾਨ ਦੇ, ਅਸੀਂ ਗੱਭਰੂ ਪਾਕਿਸਤਾਨ ਦੇ, ਅਸੀਂ ਰਾਖੇ ਇਹਦੀ ਆਨ ਦੇ, ਅਸੀਂ ਰਾਖੇ ਇਹਦੀ ਆਨ ਦੇ, ਅਸੀਂ ਪੁੱਤ ਆ ਪਾਕਿਸਤਾਨ ਦੇ। ਅਸੀਂ ਰਾਖੇ ਪਾਕਿਸਤਾਨ ਦੇ, ਅਸੀਂ ਰਾਖੇ ਪਾਕਿਸਤਾਨ ਦੇ। ਦੁੱਲਾ ਭੱਟੀ ਵੀ ਇਹਦਾ ਪੁੱਤਰ ਸੀ, ਜਿਹਨੇ ਅਕਬਰ ਨਾਲ ਲਾਇਆ ਜੁੱਧ ਸੀ, ਉਹ ਹੱਸ ਕੇ ਫਾਂਸੀ ਚੜਿਆ, ਤਾਰੀਖਾਂ ਵਿੱਚ ਉਹ ਜੜਿਆ। ਹੋ ਅਸੀਂ ਸ਼ੇਰਾਂ ਉਸੇ ਛਾੜ ਦੇ, ਅਸੀਂ ਸ਼ੇਰਾਂ ਉਸੇ ਛਾੜ ਦੇ, ਅਸੀਂ ਰਾਖੇ ਪਾਕਿਸਤਾਨ ਦੇ। ਹੋ ਅਸੀਂ ਰਾਖੇ ਪਾਕਿਸਤਾਨ ਦੇ, ਅਸੀਂ ਰਾਖੇ ਪਾਕਿਸਤਾਨ ਦੇ। ਦੁੱਲੇ ਭੱਟੀ ਦਾ ਖੂਨ ਫੇਰ ਬੋਲਿਆ ਲੀਜਾ। ਓ ਅਜ਼ੀਜ਼ ਭੱਟੀ ਵੀ ਇਹਦਾ ਪੁੱਤਰ ਸੀ, ਲੱਗਾ ਬੈਰੀਆਂ ਨਾਲ ਜੁੱਧ ਸੀ, ਲੱਗਾ ਬੈਰੀਆਂ ਨਾਲ ਜੁੱਧ ਸੀ, ਬੰਬ ਖਾ ਕੇ ਸੀਨੇ ਹੱਸਿਆ। ਤਾਰੀਖਾਂ ਵਿੱਚ ਉਹ ਵਸਿਆ, ਤਾਰੀਖਾਂ ਵਿੱਚ ਉਹ ਵਸਿਆ, ਅਸੀਂ ਸ਼ੇਰਾਂ ਉਸੇ ਛਾੜ ਦੇ। ਹੋ ਅਸੀਂ ਰਾਖੇ ਪਾਕਿਸਤਾਨ ਦੇ, ਅਸੀਂ ਰਾਖੇ ਪਾਕਿਸਤਾਨ ਦੇ। ਹੋ ਅਹਿਮਦ ਖਰਲਵੀ ਇਹਦਾ ਪੁੱਤਰ ਸੀ, ਅਹਿਮਦ ਖਰਲਵੀ ਇਹਦਾ ਪੁੱਤਰ ਸੀ, ਕੀਤਾ ਕਲਮ ਦੇ ਨਾਲ ਜੁੱਧ ਸੀ, ਕੀਤਾ ਕਲਮ ਦੇ ਨਾਲ ਜੁੱਧ ਸੀ, ਉਹ ਹੱਸ ਕੇ ਫਾਂਸੀ ਚੜਿਆ। ਤਾਰੀਖਾਂ ਵਿੱਚ ਉਹ ਵਸਿਆ, ਤਾਰੀਖਾਂ ਵਿੱਚ ਉਹ ਵਸਿਆ, ਅਸੀਂ ਸ਼ੇਰਾਂ ਉਸੇ ਛਾੜ ਦੇ। ਅਸੀਂ ਰਾਖੇ ਪਾਕਿਸਤਾਨ ਦੇ, ਅਸੀਂ ਰਾਖੇ ਪਾਕਿਸਤਾਨ ਦੇ, ਅਸੀਂ ਰਾਖੇ ਪਾਕਿਸਤਾਨ ਦੇ, ਅਸੀਂ ਬੇਟੇ ਪਾਕਿਸਤਾਨ ਦੇ, ਅਸੀਂ ਰਾਖੇ ਪਾਕਿਸਤਾਨ ਦੇ। ਬਹੁਤ ਆਲਾ, ਬਹੁਤ ਖੂਬ, ਜ਼ਬਰਦਸਤ। ਜ਼ਬਰਦਸਤ। ਵਾਕਈ ਜਨਾਬ ਅਸੀਂ ਰਾਖੀਆਂ ਪਾਕਿਸਤਾਨ ਦੇ, ਔਰ ਅਸੀਂ ਇਸ ਗੱਲ ਤੇ ਸਾਨੂੰ ਫਖਰ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਆਪਣੀ ਧਰਤੀ ਮਾਂ ਦੀ ਹਿਫਾਜ਼ਤ ਕਰ ਸਕੀਏ। ਔਰ 1965 ਦੇ ਉਹਨਾਂ ਸਾਰੇ ਰਾਖਿਆਂ ਨੂੰ ਇੱਕ ਵਾਰੀ ਫਿਰ ਬਹੁਤ ਸਾਰਾ ਸਾਡੇ ਸਭ ਦਾ ਅਕੀਦਤ ਭਰਿਆ ਸਲਾਮ। ਸਲਾਮ ਹੈ ਜੀ, ਬੇਸ਼ੱਕ। ਬਹੁਤ ਸ਼ੁਕਰੀਆ ਫਜ਼ਲ ਜੱਟ ਤੁਹਾਡੇ ਇੱਥੇ ਆਉਣ ਦਾ, ਔਰ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਕੇ
ਸਾਨੂੰ ਹਮੇਸ਼ਾ ਬਹੁਤ ਚੰਗਾ ਲੱਗਦਾ ਹੈ। ਬੜੀ ਜਿਉਂਦੇ ਰਹੋ, ਇਸੇ ਤਰ੍ਹਾਂ ਸੋਹਣਾ ਕੰਮ ਕਰਦੇ ਰਹੋ ਔਰ ਇਸੇ ਤਰ੍ਹਾਂ ਸਾਡੇ ਪਾਕਿਸਤਾਨ ਦੀ ਸ਼ਾਨ ਵਧਾਉਂਦੇ ਰਹੋ। ਔਰ ਤੁਸੀਂ ਹਾਲੇ ਕਿਤੇ ਨਹੀਂ ਜਾਣਾ, ਇਸ ਵਾਸਤੇ ਕਿ ਫਜ਼ਲ ਜੱਟ ਤੇ ਸੋਹਣਾ ਕੰਮ ਕਰ ਗਏ ਨੇ। ਇਸ ਤੋਂ ਬਾਅਦ ਵੀ ਹਾਲੀ ਸਾਡੇ ਕੋਲ ਕੁਝ ਫਨਕਾਰ ਨੇ ਜਿਨ੍ਹਾਂ ਨੇ ਆ ਕੇ ਆਪਣੇ ਆਪ ਨੂੰ ਸਾਬਤ ਕਰਨਾ ਕਿ ਹਾਂ ਉਹਨਾਂ ਨੂੰ ਵੀ ਪਾਕਿਸਤਾਨ ਨਾਲ ਬੜੀ ਮੁਹੱਬਤ ਹੈ। ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ। ਔਰ ਅੱਜ ਦਾ ਦਿਨ ਤੇ ਬਹੁਤ ਜਗਮਗਾਉਂਦਾ ਹੋਇਆ ਦਿਨ ਹੈ ਨਾ। ਅੱਜ ਦਾ ਦਿਨ ਤੇ ਬੜਾ ਹੀ ਖਾਸ ਦਿਨ ਹੈ। ਵੈਸੇ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਦਿਨ ਹੁੰਦੇ ਨੇ ਜਿਨ੍ਹਾਂ ਨੂੰ ਉਹ ਯਾਦ ਕਰਦੇ ਨੇ ਤੇ ਬੜੇ ਖੁਸ਼ ਹੁੰਦੇ ਨੇ। ਅੱਜ ਦਾ ਦਿਹਾੜ ਵੀ ਉਹੀ ਦਿਹਾੜਾ ਹੈ 6 ਸਤੰਬਰ 1965 ਨੂੰ। ਜਿਸ ਤਰ੍ਹਾਂ ਅਫਵਾਜ ਪਾਕਿਸਤਾਨ ਨੇ ਔਰ ਪਾਕਿਸਤਾਨ ਦੀ ਆਵਾਮ ਨੇ ਆਪਣੇ ਆਪ ਨੂੰ ਸਾਬਤ ਕੀਤਾ, ਉਹਦੀ ਮਿਸਾਲ ਪੂਰੀ ਦੁਨੀਆ ਤੇ ਕਿਤੇ ਨਹੀਂ ਲੱਭਦੀ। ਔਰ ਖਾਸ ਤੌਰ ਤੇ ਸਾਡੀ ਧਰਤੀ ਦਾ ਇਹ ਜਗਮਗਾਉਂਦਾ ਹੋਇਆ ਦਿਹਾੜ, ਇਹ ਉਹ ਦਿਹਾੜ ਜਿਸ ਵੇਲੇ ਸਾਡੇ ਛੋਟਿਆਂ ਨੇ, ਸਾਡੇ ਵੱਡਿਆਂ ਨੇ, ਸਾਡੀਆਂ ਮਾਵਾਂ ਭੈਣਾਂ ਨੇ ਦੁਆਵਾਂ ਮੰਗੀਆਂ ਇਸ ਧਰਤੀ ਦੀ ਹਿਫਾਜ਼ਤ ਵਾਸਤੇ। ਔਰ ਅਲਹਮਦੁਲਿਲਾ ਅੱਜ ਵੀ ਅਸੀਂ ਇੱਕ ਆਜ਼ਾਦ ਧਰਤੀ ਤੇ ਰਹਿ ਰਹੇ ਹਾਂ ਔਰ ਇਹਦੇ ਲਈ ਬਹੁਤ ਸਾਰਾ ਕ੍ਰੈਡਿਟ 1965 ਦੇ ਉਹਨਾਂ ਸ਼ਹੀਦਾਂ ਨੂੰ, ਉਹਨਾਂ ਗਾਜ਼ੀਆਂ ਨੂੰ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਖਾਸ ਤੌਰ ਤੇ ਬਾਰ-ਬਾਰ ਜੀਆਂ ਨੂੰ ਆਖ ਰਹੇ ਹਾਂ ਕਿਉਂਕਿ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਆਪਣੀ ਧਰਤੀ ਦੀ ਗੱਲ ਕਰਨੀ ਔਰ ਆਪਣੀ ਧਰਤੀ ਦੇ ਨਾਲ-ਨਾਲ ਅਫਵਾਜ ਪਾਕਿਸਤਾਨ ਦੀ ਗੱਲ ਕਰਨੀ ਔਰ ਉਹਨਾਂ ਜਵਾਨਾਂ ਦੀ, ਉਹਨਾਂ ਵਡੇਰਿਆਂ ਦੀ ਗੱਲ ਕਰਨੀ ਜਿਨ੍ਹਾਂ ਨੇ ਇਸ ਧਰਤੀ ਵਾਸਤੇ ਆਪਣੇ ਆਪ ਨੂੰ ਵੀ ਨਿਛਾਵਰ ਕਰਤਾ। ਮੇਰਾ ਨਾਮ ਰਿਆਜ਼ ਖਾਨ ਔਰ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਮਾਹਮਬਟ। ਇੱਕ ਵਾਰੀ ਫਿਰ ਜੀਆਂ ਨੂੰ ਆਖਣੀ ਆ ਪ੍ਰੋਗਰਾਮ ਸਾਡੇ ਨਾਲ ਯੋਮ ਦਫਾ ਸਪੈਸ਼ਲ ਅੱਜ ਮਨਾਇਆ ਜਾ ਰਿਹਾ ਹੈ ਤੇ ਯਕੀਨ ਮੰਨੋ ਜਿੰਨੀ ਤੁਹਾਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਸਾਡੀ ਪਾਕ ਫੌਜ ਨੇ, ਸਾਡੇ ਵੱਡਿਆਂ ਨੇ, ਸਾਡੇ ਬੱਚਿਆਂ ਨੇ ਉਸ ਦਿਨ ਸਾਬਤ ਕੀਤਾ ਕਿ ਇਹ ਪਾਕਿਸਤਾਨੀ ਹੈ, ਆਪਣੀ ਸੋਹਣੀ ਧਰਤੀ ਨਾਲ ਪਿਆਰ ਕਰਦੇ ਨੇ। ਯਕੀਨ ਮੰਨੋ ਅੱਜ ਵੀ ਸਾਨੂੰ ਓਨਾ ਹੀ ਪਿਆਰ ਹੈ ਆਪਣੀ ਪਾਕ ਧਰਤੀ ਨਾਲ। ਤੇ ਆਓ ਇਸੇ ਦਿਨ ਨੂੰ ਮਜ਼ੀਦ ਅਸੀਂ ਮਨਾਉਂਦੇ ਹਾਂ। ਸਾਡੇ ਕੋਲ ਇੱਕ ਨਵੀਂ ਪ੍ਰੋਣੀ ਵੀ ਆਈ ਹੈ ਤੇ ਰਿਆਜ਼ ਸਾਹਿਬ ਨਾਲ ਮੈਂ ਗੁਜ਼ਾਰਿਸ਼ ਕਰਾਂਗੀ ਕਿ ਨਵੀਂ ਪ੍ਰੋਣੀ ਦਾ ਤਾਰਫ ਕਰਾਉਣ ਸਾਡੇ ਵੇਖਣ ਵਾਲਿਆਂ ਨੂੰ। ਅੱਛਾ, ਨਵੀਂ ਪ੍ਰਾਹੁਣੀ ਦਾ ਜ਼ਰੂਰ ਤਾਰਫ ਅਸੀਂ ਕਰਾਵਾਂਗੇ। ਪ੍ਰਾਹੁਣੀ ਨਹੀਂ ਹੈ ਇਹ, ਪ੍ਰਾਹੁਣੀ ਐਸੀ ਨਹੀਂ ਹੈ ਕਿ ਇਹ ਤੇ ਹਮੇਸ਼ਾ ਸਾਡੇ ਨਾਲ ਕਈ ਵਾਰੀ ਇਹਦੀ ਮੁਲਾਕਾਤ ਰਹਿੰਦੀ ਹੈ ਔਰ ਚੰਗੇ ਸਾਡੇ ਇਸ ਮੁਲਕ ਦੇ ਬਹੁਤ ਸੋਹਣੇ ਜਿਹੜੇ ਗੁਲੂਕਾਰ ਨੇ ਉਹਨਾਂ 'ਚ ਇਹ ਸ਼ਾਮਿਲ ਨੇ। ਲੇਕਿਨ ਅੱਜ ਦੇ ਦਿਹਾੜੇ ਦੇ ਹਵਾਲੇ ਨਾਲ ਮੈਂ ਪਹਿਲੇ ਤੁਹਾਡੇ ਨਾਲ ਗੱਲ ਕਰ ਲਵਾਂ, ਫਿਰ ਆਪਣੀ ਮਹਿਮਾਨ ਫਨਕਾਰਾਂ ਵੱਲ ਜਾਵਾਂਗਾ। ਗੱਲ ਇਹ ਹੈ ਕਿ ਸਾਨੂੰ ਐਜ਼ ਐਨ ਇੰਡੀਵਿਜੂਅਲ, ਇਨਫਰਾਦੀ ਤੌਰ ਤੇ ਮੈਂ ਔਰ ਤੁਸੀਂ ਇਸ ਧਰਤੀ ਵਾਸਤੇ ਕੀ ਕਰ ਸਕਦੇ ਹਾਂ ਉਹ ਅੱਜ ਦੇ ਦਿਹਾੜੇ ज़रूर सोचना चाहिए। वो अहमद फराज ने कहा सी ना कि शिकवाए ज़ुल्मत शब से तो कहीं बेहतर था अपने हिस्से की कोई शमा जलाते जाते। ਅੱਜ ਦੇ ਦਿਹਾੜੇ ਅਸੀਂ ਆਪਣੇ ਹਿੱਸੇ ਦੀ ਸ਼ਮਾ ਜ਼ਰੂਰ ਜਲ ਆਈਏ ਔਰ ਅਸੀਂ ਉਹਨਾਂ ਗਾਜ਼ੀਆਂ ਨੂੰ, ਉਹਨਾਂ ਸ਼ਹੀਦਾਂ ਨੂੰ ਸਲਾਮੀ ਅਕੀਦਤ ਪੇਸ਼ ਕਰੀਏ ਜਿਨ੍ਹਾਂ ਨੇ ਸਾਡੀ ਇਸ ਧਰਤੀ ਦਾ ਮਾਣ ਵਧਾਇਆ ਔਰ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰਕੇ ਸਾਡੇ ਬੱਚਿਆਂ ਦਾ ਮੁਸਤਕਬਲ ਬਚਾ ਲਿਆ। ਸਾਡੀ ਫਨਕਾਰਾ ਬਿਲਕੁਲ ਇਸ ਵੇਲੇ ਮੌਜੂਦ ਹੈ। ਮੈਨੂੰ ਜ਼ਾਤੀ ਤੌਰ ਤੇ ਫਨਕਾਰਾ ਬਹੁਤ ਪਸੰਦ ਹੈ ਕਿਉਂਕਿ ਮੈਂ ਇਹਦੇ ਸਫ਼ਰ ਨੂੰ ਵੇਖਿਆ, ਉਸ ਸਫ਼ਰ ਨੂੰ ਜਿਹੜਾ ਇਹਨੇ ਬਹੁਤ ਛੇਤੀ ਤੈਅ ਕੀਤਾ। ਬਹਾਵਲਪੁਰ ਤੋਂ ਇੱਕ ਕੁੜੀ ਆਈ ਲਾਹੌਰ ਦੇ ਵਿੱਚ ਔਰ ਲਾਹੌਰ ਦੇ ਵਿੱਚ ਆ ਕੇ ਉਹਨੇ ਗਾਣਾ ਸਿੱਖਿਆ ਵੀ ਔਰ ਬਹੁਤ ਮੁਹੱਬਤ ਦੇ ਨਾਲ ਉਹਨੇ ਗਾਣਾ ਗਾਇਆ ਵੀ। ਸਟੇਜ ਤੇ ਬਹੁਤ ਸ਼ਾਨਦਾਰ ਗਾਉਂਦੀ ਹੈ, ਟੈਲੀਵਿਜ਼ਨ ਤੇ ਬਹੁਤ ਸੋਹਣਾ ਗਾਉਂਦੀ ਹੈ ਔਰ ਰੇਡੀਓ ਤੇ ਵੀ ਉਹਨੂੰ ਜਦੋਂ ਮੌਕਾ ਮਿਲਦਾ ਹੈ ਉਹ ਪਰਫਾਰਮ ਕਰਦੀ ਹੈ ਔਰ ਚੰਗਾ ਪਰਫਾਰਮ ਕਰਦੀ ਹੈ। ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਨਾਮ ਵੀ ਸੋਹਣਾ ਹੈ ਤੇ ਅੱਜ ਦੇ ਦਿਹਾੜੇ ਖਾਸ ਤੌਰ ਤੇ ਇਹ ਨਾਮ ਵੀ ਬਹੁਤ ਚੰਗਾ ਲੱਗ ਰਿਹਾ। ਅਮਨ ਅਲੀ, अस्सलाम वालेकुम। वालेकुम अस्सलाम। ਕੀ ਹਾਲ ਹੈ ਤੁਹਾਡਾ? मैं बिल्कुल ठीक ਅਮਨ, अल्हम्दुलिल्लाह। ਤੁਹਾਡਾ ਨਾਮ ਇੰਨਾ ਸੋਹਣਾ ਹੈ ਤੇ ਫੌਰਨ ਜ਼ੇਨ ਚ ਆਇਆ ਕਿ ਤੁਸੀਂ ਆਪੇ ਰੱਖਿਆ ਸੀ ਜਾਂ ਮਾਪਿਆਂ ਨੇ ਅਮਨ ਅਲੀ ਰੱਖ ਕੇ ਕਰਿਆ ਸੀ ਤੁਹਾਨੂੰ ਨਾਮ? नहीं ये मेरे फादर ने रखा सी नाम। ਅੱਛਾ ਅੱਛਾ, हैगा ਉਹਨਾਂ ਦਾ ते- ਸ਼ੁਕਰੀਆ हाँ जी, ਜਿਨ੍ਹਾਂ ਨੇ उन्होंने ਅਮਨ ਦੀ ਗੱਲ ਕੀਤੀ। जी बिल्कुल। ਤੇ ਤੁਹਾਡੀ ਪਰਸਨੈਲਿਟੀ ਵੀ ਇਹੋ ਜਿਹੀ ਹੈ ਕਿ ਇਹਦੇ ਤੋਂ ਮੁxtਲਿਫ ਹੋ ਤੁਸੀਂ? ਇਹ ਬੜੀ ਸਖਤ ਗੱਲ ਤੁਸੀਂ ਪੁੱਛ ਲਈ। ਅਮਨ ਵੈਸੇ ਤਾਂ ਕਹਿੰਦੇ ਨੇ ਕਿ ਸਕੂਨ ਨੂੰ ਔਰ ਤਬੀਅਤ ਮੇਰੀ ਥੋੜੀ ਜ਼ਰਾ ਸਖਤ ਹੈ ਤਬੀਅਤ ਕਹਿੰਦੇ ਨੇ ਲੋਕ, ਲੇਕਿਨ ਮੈਨੂੰ ਨਹੀਂ ਲੱਗਦਾ। ਤੁਸੀਂ ਹਰ ਤਰ੍ਹਾਂ ਦੇ ਗੀਤ ਗਾਏ ਨੇ, ਗਜ਼ਲਾਂ ਵੀ ਗਾਈਆਂ ਨੇ, ਸਰਾਇਕੀ ਵੀ, ਪੰਜਾਬੀ ਵੀ, ਉਰਦੂ ਜੀ। ਵੀ। ਖਾਸ ਤੌਰ ਤੇ ਜਦੋਂ ਮਿਲੀ ਤਰਾਨੇ ਗਾਉਂਦੇ ਹੋ, ਗਾਉਂਦੇ ਨਹੀਂ ਮੈਂ ਕਹਾਂਗਾ, ਜਦੋਂ ਪੜ੍ਹਦੇ ਹੋ, ਖਰਾਜ ਅਕੀਦਤ ਪੇਸ਼ ਕਰਦੇ ਹੋ ਆਪਣੀ ਇਸ ਧਰਤੀ ਨੂੰ, ਉਸ ਵੇਲੇ ਮਹਿਸੂਸਾਤ ਕੀ ਹੁੰਦੇ ਨੇ? ਬਹੁਤ ਅੱਛਾ ਫੀਲ ਹੁੰਦਾ ਹੈ ਉਦੋਂ। ਬਿਲਕੁਲ ਤੁਸੀਂ ਬੜਾ ਅੱਛਾ ਵਰਡ ਯੂਜ਼ ਕਰ ਰਹੇ ਹੋ ਕਿ ਤੁਸੀਂ ਮਿਲੀ ਨਗਮੇ ਪੜ੍ਹਦੇ ਹੋ। ਔਰ ਜਦੋਂ ਮੈਂ ਮਿਲੀ ਨਗਮੇ ਪੜ੍ਹਦੀ ਹਾਂ ਜਿਹੜੇ ਮੈਡਮ ਨੂਰ ਜਹਾਂ ਹੋਰਾਂ ਨੇ ਗਾਏ ਨੇ, ਔਰ ਯਕੀਨ ਕਰੋ ਕਿ ਉਹ ਜਿਹੜੇ ਸ਼ਾਇਰ ਨੇ ਜਿਹੜਾ ਉਹਨਾਂ ਨੇ ਲਿਖ ਛੱਡਿਆ ਵੇ, ਅੱਜ ਕੱਲ੍ਹ ਤੇ ਉਸ ਤਰ੍ਹਾਂ ਦੀ ਸ਼ਾਇਰੀ ਵੀ ਨਹੀਂ ਆ ਰਹੀ ਔਰ ਬੜਾ ਜਜ਼ਬਾ ਆ ਜਾਂਦਾ ਹੈ ਵਿੱਚ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਅੱਛਾ, ਮੈਂ ਇਹਨਾਂ ਨਗਮਿਆਂ ਦੀ ਖਾਸ ਜਿਹੜੀ ਗੱਲ ਹੈ ਨਾ, ਇਹ ਐਮਰਜੈਂਸੀ 'ਚ ਬਣਾਏ ਹੋਏ ਨਗਮੇ ਨੇ ਇਸ ਵਾਸਤੇ ਕਿ ਉਹ ਪਹਿਲੇ ਤੋਂ ਤਿਆਰ ਤੇ ਨਹੀਂ ਸਨ ਨਾ ਕਿ ਇਹ ਜਿਹੇ ਹਾਲਾਤ ਹੋਣਗੇ ਤੇ ਅਸੀਂ ਇਸ ਤਰ੍ਹਾਂ ਦੇ ਨਗਮੇ ਆਣਗੇ। ਬੜਾ ਸੋਚ ਸਮਝ ਕੇ ਐਮਰਜੈਂਸੀ ਦੇ ਵਿੱਚ ਬਣਾਏ ਹੋਏ ਸਾਰੇ ਨਗਮੇ ਨੇ। ਲੇਕਿਨ ਤੁਸੀਂ ਦੇਖੋ ਕਿ ਉਹਨਾਂ ਸਾਰਿਆਂ ਫਨਕਾਰਾਂ ਦਾ, ਉਹ ਸ਼ਾਇਰ ਨੇ, ਉਹ ਮਸੀਕਾਰ ਨੇ, ਉਹ ਜਿੰਨੇ ਵੀ ਸਾਡੇ ਸਜਿੰਦੇ ਨੇ ਜਾਂ ਜਿੰਨੇ ਰਿਕਾਰਡਿਸਟ ਨੇ ਜਾਂ ਸਿੰਗਰਸ ਨੇ, ਉਹਨਾਂ ਦਾ ਜਜ਼ਬਾ ਵੇਖੋ ਕਿ ਇੱਕ ਇੱਕ ਟੇਕ 'ਚ ਸਾਰੇ ਨਗਮੇ ਰਿਕਾਰਡ ਹੋਏ ਹੋਏ ਨੇ।
ਇਹਦੇ 'ਚ ਕੋਈ ਰੀਟੇਕਸ ਨਹੀਂ ਹੈਗੀਆਂ ਜਾਂ ਉਦੋਂ ਕੰਪਿਊਟਰ ਜੀ ਦਾ ਕੋਈ ਫਾਇਦਾ ਨਹੀਂ ਸੀ, ਇਹ Sir, ਸਾਦੇ ਨਗਮੇ ਨੇ, ਹੈ ਨਾ। ਅੱਜ ਕੱਲ ਦਾ ਜਿਹੜਾ ਦੌਰ ਹੈ ਉੱਥੇ ਮੈਂ ਮੋਸਟਲੀ ਦੇਖਦੀ ਹਾਂ ਕਿ ਸਟੂਡੀਓ ਦੇ ਵਿੱਚ ਨਾਲ ਹੀ ਸ਼ਾਇਰ ਬੈਠਾ ਹੁੰਦਾ ਹੈ, ਨਾਲ ਹੀ ਕੰਪੋਜ਼ਰ ਬੈਠਾ ਹੁੰਦਾ ਹੈ ਔਰ ਫੌਰਨ ਹੀ ਉਹ ਗਾਣਾ ਰਿਕਾਰਡ ਕਰ ਲਿਆ ਜਾਂਦਾ, ਜਦਕਿ ਪਹਿਲੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪਹਿਲੇ ਜਿਹੜੇ ਲੋਕ ਸਨ ਉਹਨਾਂ ਦੀ ਬਹੁਤ ਬਹੁਤ ਦਿਨਾਂ ਦੀ ਮਿਹਨਤ ਹੁੰਦੀ ਸੀ ਇਹਦੇ ਵਿੱਚ, ਤੇ ਉਹ ਅੱਜ ਨਜ਼ਰ ਆ ਰਹੀ ਹੈ। ਅੱਛਾ, ਅਗਰ ਅਸੀਂ 1965 ਦੇ ਇਹਨਾਂ ਜੰਗੀ ਤਰਾਨਿਆਂ ਦੀ ਗੱਲ ਕਰੀਏ ਤਾਂ ਮੈਡਮ ਨੂਰਜਹਾਂ ਨੇ ਖੈਰ ਸਾਰੇ ਸੋਹਣੇ ਉਹਨਾਂ ਨੇ ਗੀਤ ਗਾਏ, ਕੋਈ ਉਹਦੇ 'ਚ ਸ਼ੱਕ ਹੀ ਨਹੀਂ ਹੈਗਾ, ਲੇਕਿਨ ਇੱਕ ਗਾਣਾ ਜਿਹੜਾ ਮੈਨੂੰ ਜ਼ਾਤੀ ਤੌਰ ਤੇ ਬੜਾ ਪਸੰਦ ਹੈ, ਮੈਂ ਚਾਹਾਂਗਾ ਕਿ ਉਹਦੇ ਤੁਹਾਨੂੰ ਰਿਕੁਐਸਟ ਕੀਤੀ ਜਾਵੇ ਕਿ ਸਾਨੂੰ ਉਹ ਸੁਣਾਓ, ਵੀ ਮੇਰੇ ਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ। ਔਖਾ ਗਾਣਾ ਹੈ ਲੇਕਿਨ ਮੈਨੂੰ ਯਕੀਨ ਹੈ ਕਿ ਤੁਸੀਂ ਨਿਭਾ ਜਾਓਗੇ। ਕੀ ਖਿਆਲ ਹੈ ਤੁਹਾਡਾ? ਮੈਂ ਕੋਸ਼ਿਸ਼ ਕਰਾਂਗੀ ਪੂਰੀ। ਜੀ ਪਲੀਜ਼। ਤੈਨੂੰ ਰੱਬ ਦੀਆਂ ਰੱਖਾਂ ਹੋ, ਤੈਨੂੰ ਰੱਬ ਦੀਆਂ ਰੱਖਾਂ ਹੋ, ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ, ਤੈਨੂੰ ਰੱਬ ਦੀਆਂ ਰੱਖਾਂ ਹੋ, ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ, ਤੈਨੂੰ ਰੱਬ ਦੀਆਂ ਰੱਖਾਂ। ਅੱਜ ਤੱਕ ਦੀਆਂ ਤੈਨੂੰ ਸਾਰੇ ਜੱਗ ਦੀਆਂ ਅੱਖਾਂ, ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ, ਤੈਨੂੰ ਰੱਬ ਦੀਆਂ ਰੱਖਾਂ। ਜਿੱਧਰ ਨਜ਼ਰਾਂ ਪਾਵੇਂ ਵੈਰੀ ਮਾਰ ਮੁਕਾਵੇਂ, ਜਿੱਧਰ ਨਜ਼ਰਾਂ ਪਾਵੇਂ ਵੈਰੀ ਮਾਰ ਮੁਕਾਵੇਂ, ਜਿੰਨਾ ਰਾਵਾਂ ਤੋਂ ਜਾਵੇਂ ਜਿੰਨਾ ਰਾਵਾਂ ਤੋਂ ਆਵੇਂ, ਜਿੰਨਾ ਰਾਵਾਂ ਤੋਂ ਜਾਵੇਂ ਜਿੰਨਾ ਰਾਵਾਂ ਤੋਂ ਆਵੇਂ, ਉਹਨਾਂ ਰਾਵਾਂ ਦੀ ਮਿੱਟੀ ਚੁੰਮਣ ਮੇਰੀਆਂ ਅੱਖਾਂ, ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ, ਤੈਨੂੰ ਰੱਬ ਦੀਆਂ ਰੱਖਾਂ। ਓ ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ, ਤੈਨੂੰ ਰੱਬ ਦੀਆਂ ਰੱਖਾਂ। ਦੁਸ਼ਮਨ ਵੈਰੀਆਂ ਦੇ ਹੱਲੇ ਆਪਣੇ ਸੀਨੇ ਤੇ ਠੱਲੇ, ਦੁਸ਼ਮਣ ਵੈਰੀਆਂ ਦੇ ਹੱਲੇ ਆਪਣੇ ਸੀਨੇ ਤੇ ਠੱਲੇ, ਜਿੱਥੇ ਕਦਮ ਜਮਾਵੇਂ ਉਥੋਂ ਕਦਮ ਨਾ ਹੱਲੇ, ਜਿੱਥੇ ਕਦਮ ਜਮਾਵੇਂ ਉਥੋਂ ਕਦਮ ਨਾ ਹੱਲੇ, ਤੇਰੇ ਕਦਮਾਂ ਤੋਂ ਮਾਰੀ ਮੇਰੇ ਜਈਆਂ ਲੱਖਾਂ, ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ, ਤੈਨੂੰ ਰੱਬ ਦੀਆਂ ਰੱਖਾਂ।
ਉਹਨਾਂ ਨੂੰ ਵਾਕਈ ਉਹ ਮਾਵਾਂ ਦੇ ਜਿਹੜੇ ਖੂਬਸੂਰਤ ਪੁੱਤਰ, ਉਹ ਮਾਵਾਂ ਦੇ ਖੂਬਸੂਰਤ ਜਣੇ ਹੋਏ ਬੱਚੇ ਜਿਨ੍ਹਾਂ ਨੇ ਆਪਣੀ ਇਸ ਧਰਤੀ ਦੀ ਹਿਫਾਜ਼ਤ ਵਾਸਤੇ ਆਪਣਾ ਤਨ ਮਨ ਧਨ ਕੁਰਬਾਨ ਕਰਤਾ, ਸਲਾਮ ਹੈ ਉਹਨਾਂ ਨੂੰ। ਔਰ ਤੁਹਾਨੂੰ ਯਾਦ ਹੈ ਕਿ ਚਵਿੰਡੇ ਦੀ ਜੰਗ ਜਿਹੜੀ ਹੈ, ਚਵਿੰਡੇ ਦੇ ਵਿੱਚ ਸਭ ਤੋਂ ਵੱਡੀ ਟੈਂਕਾਂ ਦੀ ਲੜਾਈ ਹੋਈ, ਔਰ ਉਹਨਾਂ ਟੈਂਕਾਂ ਪਾਕਿਸਤਾਨ ਦੀ ਨਹੀਂ, ਦੁਨੀਆ ਦੀ ਸਭ ਤੋਂ ਵੱਡੀ ਲੜਾਈ ਜਿਹੜੀ ਸੀ ਟੈਂਕਾਂ ਦੀ, ਇਹ ਚਵਿੰਡੇ ਦੇ ਮਾਜ਼ ਤੇ ਹੋਈ। ਸਿਆਲਕੋਟ ਦਾ ਇੱਕ ਕਸਬਾ ਚਵਿੰਡਾ, ਔਰ ਉੱਥੇ ਫਿਰ ਸਾਡੇ ਜਵਾਨਾਂ ਨੇ ਸਾਬਤ ਕੀਤਾ ਕਿ ਦੁਸ਼ਮਣ ਦੇ ਟੈਂਕਾਂ ਨੂੰ ਕਿਸ ਤਰ੍ਹਾਂ ਤਬਾਹ ਕਰਨਾ ਹੈ। ਉਹਨਾਂ ਨੇ ਜਨਾਬ ਆਪਣੇ ਜਿਸਮਾਂ ਨਾਲ ਬੰਬ ਬੰਨ੍ਹ ਕੇ ਤੇ ਥੱਲੇ ਵੜ ਗਏ ਤੇ ਉਹਨਾਂ ਨੇ ਕਿਹਾ ਹੁਣ ਤੁਹਾਨੂੰ ਅਸੀਂ ਅੰਦਰ ਨਹੀਂ ਆਉਣ ਦਿੰਦੇ। ਇਹ ਨਹੀਂ ਹੋ ਸਕਦਾ ਕਿ ਤੁਸੀਂ ਆ ਜਾਓ ਔਰ ਸਾਡੀ ਧਰਤੀ ਦੇ 1 ਇੰਚ ਤੇ ਵੀ ਕਬਜ਼ਾ ਕਰ ਲਓ। ਉਹਨਾਂ ਨੇ ਨਾ ਸਿਰਫ ਉੱਥੇ ਲੜੇ ਬਲਕਿ ਉਹਨਾਂ ਨੂੰ ਵਾਪਸ ਨਸਾਇਆ ਉਹਨਾਂ ਨੇ। ਤੇ ਮੈਂ ਬੜਾ ਫਖਰ ਮਹਿਸੂਸ ਕਰ ਰਹੀ ਹਾਂ, ਮੇਰੇ ਫਾਦਰ ਇਨ ਲਾ ਨੇ, ਉਹਨਾਂ ਨੇ 2 ਜੰਗਾਂ ਲੜੀਆਂ ਨੇ ਔਰ ਉਹ ਗਾਜ਼ੀ ਨੇ ਅਲਹਮਦੁਲਿਲਾ। ਔਰ ਮੈਂ ਜਿਸ ਤਰ੍ਹਾਂ ਤੁਸੀਂ ਮੈਨੂੰ ਗੱਲਾਂ ਸੁਣਾ ਰਹੇ ਹੋ ਨਾ, ਮੈਂ ਬੜੀਆਂ ਸਟੋਰੀਆਂ ਉਹਨਾਂ ਕੋਲ ਸੁਣਨੀ ਆ ਔਰ ਯਕੀਨ ਕਰੋ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੀ ਇਸ ਜਿੱਤ ਨੂੰ ਵੇਖ ਕੇ ਔਰ ਵਲਵਲਾ ਆਉਂਦਾ ਹੈ, ਜਜ਼ਬਾ ਆਉਂਦਾ ਹੈ ਕਿ ਕਿਆ ਸਾਡੇ ਜਿਹੜੇ ਫੌਜੀ ਨੇ ਲੜੇ ਨੇ ਔਰ ਫਤਹ ਸਾਡੇ ਹਿੱਸੇ ਚ ਆਈ। ਅੱਛਾ, ਇਸ ਜਜ਼ਬੇ ਨੂੰ ਕਾਇਮੋ ਦਾਇਮ ਰੱਖਣ ਲਈ ਉਹਨਾਂ ਮਾਵਾਂ ਨੂੰ ਸਲਾਮ ਹੈ ਜਿਹੜੀਆਂ ਆਪਣੇ ਦੁੱਧ ਦੇ ਵਿੱਚ ਇਸ ਵਤਨ ਦੇ ਨਾਲ ਮੁਹੱਬਤ ਜਿਹੜੀ ਹੈ ਨਾ ਉਹ ਆਪਣੇ ਪੁੱਤਰਾਂ ਤੱਕ ਪੜਾਉਂਦੀਆਂ ਨੇ। ਔਰ ਸਲਾਮ ਹੈ ਉਹਨਾਂ ਸਾਰੀਆਂ ਬੀਬੀਆਂ ਨੂੰ ਜਿਨ੍ਹਾਂ ਨੇ ਇਹੋ ਜਿਹੇ ਜਵਾਨ ਸਾਨੂੰ ਦਿੱਤੇ ਜਿਨ੍ਹਾਂ ਵਿੱਚ ਇਹ ਜਜ਼ਬਾ ਸੀ, ਜਿਹੜਾ ਕਹਿੰਦੇ ਸਨ ਵੀ ਯਾਰ ਹੋਰ ਅੱਗੇ ਗੱਲ ਹੀ ਕੋਈ ਨਹੀਂ। ਇਸੇ ਤਰ੍ਹਾਂ ਹੀ ਹੈ ਨਾ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੇ ਅਮਨ, ਤੁਹਾਨੂੰ ਅਸੀਂ ਗਾਇਕੀ 'ਚ ਮਾਸ਼ਾਅੱਲਾ ਤੁਸੀਂ ਕਈ ਵਾਰੀ ਆਏ ਹੋ PTV 'ਚ, ਤੁਸੀਂ ਮੁਖਤਲਿਫ ਗਾਇਕੀ ਵੀ ਕੀਤੀ, ਜਿਵੇਂ ਸਰਾਇਕੀ ਹੈ, ਉਰਦੂ ਹੈ, ਪੰਜਾਬੀ ਹੈ, ਅਜਮਲੀ ਨਗਮੇ ਵੀ ਤੁਸੀਂ ਪੜ੍ਹ ਰਹੇ ਹੋ। ਇੱਕ ਆਰਟਿਸਟ ਨੂੰ ਵਰਸਟਾਈਲ ਹੋਣਾ ਕਿੰਨਾ ਕੁ ਜ਼ਰੂਰੀ ਹੈ? ਮੇਰੇ ਖਿਆਲ 'ਚ ਵਰਸਟਾਈਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਕਿਤੇ ਵੀ ਫਿਰ ਮਾਰ ਨਹੀਂ ਖਾ ਸਕਦੇ। ਕਿਸੇ ਕਿਸਮ ਦਾ ਵੀ ਮਤਲਬ ਕੋਈ ਫਰਮਾਇਸ਼ ਆ ਸਕਦੀ ਹੈ, ਜਿਸ ਤਰ੍ਹਾਂ ਰਿਆਜ਼ ਸਾਹਿਬ ਮੈਨੂੰ ਕਾਫੀ ਫਰਮਾਇਸ਼ਾਂ ਕਰ ਦਿੰਦੇ ਨੇ ਕਿ ਫਲਾਣਾ ਗਾਣਾ ਮੈਨੂੰ ਸੁਣਾਓ, ਬਲਕਿ ਕਈ ਦਫਾ ਇਹਨਾਂ ਨੇ ਮੇਰੇ ਨਾਲ ਗਾਇਆ ਵੀ ਹੈ, ਬੜਾ ਅਸੀਂ ਇੰਜੋਏ ਕਰਨੇ ਆ। ਤੇ ਮੇਰੇ ਖਿਆਲ 'ਚ ਆਰਟਿਸਟ ਨੂੰ ਤਮਾਮ ਵਰਸਟਾਈਲ ਹੋਣਾ ਚਾਹੀਦਾ, ਹਰ ਕਿਸਮ ਦਾ ਗਾਣਾ ਉਹਨਾਂ ਨੂੰ ਆਉਣਾ ਚਾਹੀਦਾ। ਤੇ ਜੇ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਗੱਲ ਕਰ ਰਹੇ ਸਾਂ ਕਿ ਇੱਕ ਤੁਹਾਨੂੰ ਫਰਮਾਇਸ਼ ਗੀਤ ਦੀ ਆਣੀ ਸੀ ਕਿ ਇੱਕ ਜਗ੍ਹਾ ਤੁਸੀਂ ਕਨਸਰਟ ਤੇ ਜਾਣਾ ਸੀ ਤੇ ਤੁਹਾਨੂੰ ਪਹਿਲੀ ਪਤਾ ਸੀ ਇਹ ਗੀਤ ਮੈਂ ਸਿਲੈਕਟ ਕਰਨੇ ਨੇ, ਤੁਹਾਨੂੰ ਆਉਂਦੇ ਨਹੀਂ ਸਨ, ਤੁਸੀਂ ਦਿਨ ਰਾਤ ਇੱਕ ਕਰਤਾ ਯਾਦ ਕੀਤਾ ਤੇ ਕਿੰਨੀ ਉਹਦੀ ਪ੍ਰੈਕਟਿਸ ਤੁਸੀਂ ਕੀਤੀ। ਆਇਆ ਤੁਹਾਨੂੰ ਲੱਗਦਾ ਜਿਹੜੇ ਨਵੇਂ ਆਰਟਿਸਟ ਆ ਰਹੇ ਨੇ, ਨਵੇਂ ਬੱਚੇ ਆ ਰਹੇ ਨੇ, ਇੰਨੀ ਪ੍ਰੈਕਟਿਸ ਉਹ ਕਰਦੇ ਨੇ ਜਾਂ ਇੰਨੀ ਜ਼ਰੂਰਤ ਹੈ ਉਹਨਾਂ ਨੂੰ, ਜਾਂ ਕੰਪਿਊਟਰ ਨੇ ਆਸਾਨੀ ਕਰਤੀ ਉਹਨਾਂ ਵਾਸਤੇ? ਨਹੀਂ, ਜ਼ਰੂਰਤ ਤਾਂ ਬਹੁਤ ਜ਼ਿਆਦਾ ਹੈ, ਕਿਉਂਕਿ ਜਿਹੜੀ ਇਹ ਸਾਡੀ ਫੀਲਡ ਹੈ ਇਹ ਬਹੁਤ ਜ਼ਿਆਦਾ ਮਿਹਨਤ ਔਰ ਬਹੁਤ ਜ਼ਿਆਦਾ ਟਾਈਮ ਮੰਗਦੀ ਹੈ। ਤੁਹਾਨੂੰ ਪਤਾ ਅੱਜ ਦੇ ਦੌਰ ਦੇ ਵਿੱਚ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ, ਬਸ ਲੱਗੇ ਨੇ ਸਾਰੇ ਔਰ ਸਾਰੇ ਅੱਛਾ ਕੰਮ ਕਰ ਰਹੇ ਨੇ। ਹੁੰਦਾ ਇਹ ਹੈ ਕਿ ਤੁਸੀਂ ਜਿਹੜਾ ਗਾਣਾ ਨਾ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਜ਼ਾਹਿਰ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ, ਉਹ ਬਾਅਦ ਦਫਾ ਤੁਹਾਨੂੰ ਕੋਈ ਔਖਾ ਗਾਣਾ ਜਦੋਂ ਕੋਈ ਦੱਸਦੇ ਨਾ, ਉਹ ਔਖਾ ਤੁਹਾਡੇ ਲਈ ਨਹੀਂ ਹੁੰਦਾ, ਉਹਨੂੰ ਆਪੇ ਪਸੰਦ ਹੁੰਦਾ। ਔਰ ਉਹ 2 4 5 ਲੋਕ ਉਸ ਕਨਸਰਟਸ ਹੁੰਦੇ ਨੇ ਜਿਨ੍ਹਾਂ ਨੇ ਤੁਸੀਂ ਗਾ ਰਹੇ ਹੁੰਦੇ ਜੀ, ਜਿਨ੍ਹਾਂ ਨੂੰ ਵਾਕਈ ਪਤਾ ਲੱਗ ਰਿਹਾ ਹੁੰਦਾ ਹੈ ਕਿ ਇਹਦੇ ਵਿੱਚ ਪੋਟੈਂਸ਼ੀਅਲ ਕਿੰਨਾ ਹੈ ਔਰ ਕਿੰਨੀ ਮਹਾਰਤ ਇਹਦੇ ਕੋਲ ਇਸ ਗਾਇਕੀ ਦੇ ਹਵਾਲੇ ਨਾਲ। ਅਸੀਂ ਅੱਜ ਗੱਲ ਕਰ ਰਹੇ ਹਾਂ ਉਹਨਾਂ ਪੁੱਤਰਾਂ ਦੀ ਜਿਹੜੇ ਹੱਟਾਂ ਤੇ ਨਹੀਂ ਵਿਕਦੇ। ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਬਹੁਤ ਖਾਸ ਨੇ, ਜਿਹੜੇ ਰੱਬ ਸੋਹਣੇ ਦੀ ਖਾਸ ਦੇਣ ਨੇ। ਔਰ ਬਿਲਾਸ਼ੁਬਾ ਉਹ ਭੈਣ ਭਰਾ, ਬਿਲਾਸ਼ੁਬਾ ਉਹ ਵਾਲਦੈਨ, ਉਹਨਾਂ ਤੇ ਸਦਕੇ ਜਾਈਏ, ਉਹਨਾਂ ਤੇ ਵਾਰੀ ਕੁਰਬਾਨ ਜਾਈਏ ਜਿਨ੍ਹਾਂ ਦੀ ਗੋਦੀਆਂ ਦੇ ਵਿੱਚ ਉਹ ਵੱਡੇ ਹੋਏ ਔਰ ਜਿਨ੍ਹਾਂ ਨੇ ਫਿਰ ਇਸ ਧਰਤੀ ਵਾਸਤੇ, ਸਾਡੇ ਮੁਸਤਕਬਲ ਵਾਸਤੇ ਆਪਣੇ ਹਾਲ ਨੂੰ ਜਿਹੜਾ ਉਹ ਕੁਰਬਾਨ ਕਰਤਾ। ਉਹਨਾਂ ਦੇ ਨਾਂ ਇੱਕ ਹੋਰ ਗੀਤ ਕਰਨੇ ਆ, ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ।
दुश्मन कोलों की डरना ए मौत कोलों भी डरदे नहीं अपने मुल्क दी इज्जत तो जान अपनी दे वार कुड़े पुत्र हटाते नहीं बिकदे तन पागने ओना मावां दे तन पागने ओना मावां दे जिन्ना मावां दे ओ जाए ने तन पागने पैण भरावां दे जिन्ना गोदियां फिर खिडाए ने माण ने माणा वालियां दे नहीं इस दे तैनूं सार कुड़े पुत्र हटाते नहीं विकदे बिलाशुबा बिलाशुबा बिल्कुल। ये बड़े ख़ास लोग ने, ये बड़े ख़ास लोग ने और ये एक जज्बा है जिन्हों लैके ते अफवाज पाकिस्तान च भी जाते हैं और ये उस पूरे घर की ट्रेनिंग है ਜਿਹੜੇ ਉਹਨਾਂ ਨੂੰ ਇਸ ਲੈਵਲ ਤੇ ਲੈ ਕੇ ਜਾਂਦੀ ਹੈ ਕਿ ਇਹ ਧਰਤੀ ਦੀ ਹਿਫਾਜ਼ਤ ਜਿਹੜੀ ਹੈ ਉਹ ਬਿਲਕੁਲ ਉਸੇ ਤਰ੍ਹਾਂ ਹੀ ਕਰਨੀ ਹੈ ਜਿਵੇਂ ਆਪਣੇ ਮਾਂ ਪਿਓ ਤੇ ਆਪਣੇ ਭੈਣ ਭਰਾਵਾਂ ਦੀ ਹਿਫਾਜ਼ਤ ਕਰਨੀ ਹੈ। ਇਹ ਵਾਕਈ ਬਹੁਤ ਖਾਸ ਲੋਕ ਨੇ ਔਰ ਇਹ ਜਜ਼ਬਾ ਇਸੇ ਤਰ੍ਹਾਂ ਸਲਾਮਤ ਰਹਿਣਾ ਚਾਹੀਦਾ ਹੈ, ਜਜ਼ਬੇ ਨੂੰ ਇਸੇ ਤਰ੍ਹਾਂ ਕਾਇਮੋ ਦਾਇਮ ਰਹਿਣਾ ਚਾਹੀਦਾ। ਅਸਲ ਗੱਲ ਤੇ ਇਹ ਹੈ ਬੇਸ਼ੱਕ ਹੈ ਨਾ। ਔਰ ਤੁਸੀਂ ਜਿੰਨੇ ਵੀ ਮੇਰੇ ਨਗਮੇ ਪੜ੍ਹਦੇ ਹੋ, ਜਿੰਨੇ ਵੀ ਮੇਰੇ ਨਗਮੇ ਤੁਸੀਂ ਗਾਏ ਨੇ ਉਹਨਾਂ ਦੇ ਵਿੱਚੋਂ ਹੋਰ ਕੋਈ ਅਜਿਹਾ ਨਗਮਾ ਜਿਹੜਾ ਤੁਹਾਡੇ ਦਿਲ ਦੇ, ਵੈਸੇ ਤਾਂ ਸਾਰੇ ਹੀ ਸ਼ਾਨਦਾਰ ਨੇ, ਯਾਨੀ ਇਹਨਾਂ ਦੇ ਬਾਰੇ 'ਚ ਤੇ ਇੱਕੋ ਹੀ ਗੱਲ ਕਹਿ ਸਕਦੇ ਹਾਂ ਨਾ ਅਸੀਂ ਸਾਰੇ ਚੰਗੇ ਨੇ। क्या ही नहीं जा सकता कि कोई बुरा है या अच्छा है, सारे ही लाजवाब हैं। ਸਾਰੇ ਲਾਜਵਾਬ ਸਾਰੀ ਲਾਜਵਾਬ ਨੇ ਤੇ ਸਾਡੇ ਬੜੇ ਦਿਲ ਦੇ ਨੇੜੇ ਨੇ। ਮਿਲੀ ਨਗਮਾ ਜ਼ਰੂਰ ਤੁਹਾਡੇ ਕੋਲੋਂ ਸੁਣਾਂਗੇ ਤੇ ਤੁਹਾਨੂੰ ਅਲਵਿਦਾ ਵੀ ਕਵਾਂਗੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਉਣ ਦਾ। ਪਰ ਰਿਆਜ਼ ਸਾਹਿਬ ਵੇਲਾ ਮੁੱਕ ਰਿਹਾ ਪ੍ਰੋਗਰਾਮ ਦਾ, ਮੈਂ ਆਪਣੇ ਨਾਜ਼ਰੀਨ ਨਾਲ ਗੱਲ ਕਰ ਲਾਂ, ਫਿਰ ਅਸੀਂ ਤੁਹਾਡੇ ਕੋਲੋਂ ਇੱਕ ਮਿਲੀ ਨਗਮਾ ਫਿਰ ਤੋਂ ਸੁਣਾਂਗੇ ਜਨਾਬ। ਨਾਜ਼ਰੀਨ ਮੈਂ ਉਮੀਦ ਕਰਨੀ ਆ ਕਿ ਅੱਜ ਅਸੀਂ ਜਿਹੜਾ ਯੋਮ ਦਿਫਾ ਮਨਾਇਆ ਹੈ, ਤੁਹਾਨੂੰ ਖੂਬ ਸਾਰਾ ਪਸੰਦ ਆਇਆ ਹੋਗਾ। ਉਹ ਮਿਲੀ ਨਗਮੇ ਜਿਹੜੇ ਅਸੀਂ ਸ਼ਾਮਿਲ ਕੀਤੇ ਨੇ ਉਹ ਤੁਹਾਡੇ ਦਿਲ ਦੀ ਇੱਕ ਇੱਕ ਕਹਿੰਦੇ ਨੇ ਨਾ ਰਗ ਨੂੰ ਜ਼ਰੂਰ ਉਹਨਾਂ ਨੇ ਤਾਰ ਛੇੜੇ ਹੋਣਗੇ ਤੇ ਉਹ ਜੋਸ਼ ਜਜ਼ਬਾ ਜਿਹੜਾ ਸਾਡੇ 'ਚ ਹੋਣਾ ਚਾਹੀਦਾ ਆਪਣੀ ਸੋਹਣੀ ਧਰਤੀ ਸੋਹਣੀ ਮਾਂ ਨੂੰ ਲੈ ਕੇ, ਉਹ ਜ਼ਰੂਰ ਇੱਕ ਵਾਰੀ ਫੇਰ ਜਿਹੜਾ ਹੈ ਜਾਗਿਆ ਹੋਏਗਾ। ਤੇ ਯਕੀਨ ਮੰਨੋ ਜਿਹੜੇ ਵੀ ਮਾਂ ਪਿਓ ਇਸ ਵੇਲੇ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਨਾਲ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਆਪਣੇ ਬੱਚਿਆਂ ਨੂੰ ਪਾਕਿਸਤਾਨ ਦੀ ਹਿਸਟਰੀ ਦਾ ਜ਼ਰੂਰ ਦੱਸਿਆ ਕਰੋ, ਉਹਨਾਂ ਨੂੰ ਦੱਸਿਆ ਕਰੋ ਸਾਡੇ ਵੱਡਿਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ। ਬੱਚਿਆਂ ਨੂੰ ਇਹ ਆਗਾਹੀ ਦੇਵੋ ਤੇ ਨਾਲ ਨਾਲ ਇਹ ਕਦੀ ਮਤ ਸੋਚੋ ਕਿ ਫਲਾਣੇ ਨੇ ਪਾਕਿਸਤਾਨ ਦੀ ਖਾਤਰ ਕੀ ਕੀਤਾ, ਫਲਾਣੇ ਨੇ ਇਸ ਸੋਹਣੀ ਧਰਤੀ ਵਾਸਤੇ ਕੀ ਕੀਤਾ। ਇਹ ਸੋਚੋ ਤੁਸੀਂ ਕੀ ਕੀਤਾ। ਬੜਾ ਇੰਪੋਰਟੈਂਟ ਹੈ ਕਿ ਅਸੀਂ ਕੀ ਕੀਤਾ ਇਸ ਧਰਤੀ ਵਾਸਤੇ, ਕਿੰਨੇ ਕੀ ਕੀਤਾ ਇਹ ਜ਼ਿਆਦਾ ਅਹਿਮ ਨਹੀਂ ਹੈ। ਮੈਂ ਇਸ ਧਰਤੀ ਮਾਂ ਦੀ ਹਿਫਾਜ਼ਤ ਵਾਸਤੇ ਕੀ ਕੀਤਾ। ਜਦੋਂ ਇਸ ਧਰਤੀ ਨੂੰ ਅਸੀਂ ਆਪਣੀ ਮਾਂ ਕਹਿ ਲੈਂਦੇ ਹਾਂ, ਜਦੋਂ ਅਸੀਂ ਇਹਨੂੰ ਆਪਣਾ ਬਣਾ ਲੈਂਦੇ ਹਾਂ, ਜਦੋਂ ਇਸ ਨੂੰ ਆਪਣਾ ਕਹਿ ਰਹੇ ਹਾਂ, ਫਿਰ ਸਾਬਤ ਕਰਨ ਲਈ ਸਿਰਫ ਇੰਨਾ ਹੀ ਕਾਫੀ ਹੈ ਕਿ ਮੈਂ ਇਸ ਧਰਤੀ ਦੀ ਬਿਹਤਰੀ ਵਾਸਤੇ ਕੀ ਕੀਤਾ। ਅੱਜ ਲੋੜ ਇਸੇ ਗੱਲ ਦੀ ਹੈ ਕਿ ਅਸੀਂ ਇਸ ਧਰਤੀ ਦੇ ਗੀਤ ਵੀ ਗਾਈਏ, ਅਸੀਂ ਉਹਨਾਂ ਗਾਜ਼ੀਆਂ ਨੂੰ, ਅਸੀਂ ਉਹਨਾਂ ਸ਼ਹੀਦਾਂ ਨੂੰ ਸਲਾਮ ਵੀ ਪੇਸ਼ ਕਰੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਇਸ ਧਰਤੀ ਦੀ ਹਿਫਾਜ਼ਤ ਵਾਸਤੇ ਸਾਡੇ ਇਸ ਮੁਲਕ ਦੇ ਨਾਵੇਂ ਲਾਤੀਆਂ। ਉਹਨਾਂ ਦਾ ਬਹੁਤ ਸਾਰਾ ਸ਼ੁਕਰੀਆ ਅਦਾ ਕਰੀਏ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਗਾਜ਼ੀਆਂ ਨੂੰ ਸਲਾਮ ਪੇਸ਼ ਕਰੀਏ, ਲੇਕਿਨ ਨਾਲ ਨਾਲ ਇਹ ਵੀ ਸੋਚੀਏ ਕਿ ਮੈਂ ਇਸ ਧਰਤੀ ਦੀ ਹਿਫਾਜ਼ਤ ਵਾਸਤੇ, ਮੈਂ ਇਸ ਧਰਤੀ ਦੀ ਬਿਹਤਰੀ ਵਾਸਤੇ ਕੀ ਹਿੱਸਾ ਪਾਇਆ। ਤੁਹਾਡਾ ਸਭ ਦਾ ਬਹੁਤ ਸਾਰਾ ਸ਼ੁਕਰੀਆ। ਅਮਨ ਅਲੀ ਜਾਂਦੇ ਜਾਂਦੇ ਪ੍ਰੋਗਰਾਮ ਚੁੱਕੇ ਵੇਲਾ ਮੁੱਕ ਰਿਹਾ, ਇੱਕ ਗੀਤ ਜਿਹੜਾ ਤੁਹਾਡੇ ਦਿਲ ਦੇ ਵੀ ਬਹੁਤ ਸਾਰੇ ਨੇੜੇ ਹੋਣਾ ਹੈ,
ਤੇ ਮੇਰੇ ਵੀ ਬਹੁਤ ਸਾਰਾ ਨੇੜੇ ਹੈ। ਇਹ ਰਾਹੇ ਹੱਕੇ ਸ਼ਹੀਦੋ ਕਿਆ ਵਫਾ ਕੀ ਤਸਵੀਰੋ। ਵਾਹ, ਕਿਆ ਅੱਛਾ, ਨਸੀਮ ਬੇਗਮ ਦਾ ਗਾਇਆ ਹੋਇਆ ਇਹ ਗੀਤ ਹੈ। ਮੈਂ ਸਮਝਦਾ ਕਿ ਨਸੀਮ ਬੇਗਮ ਬਹੁਤ ਵੱਡਾ ਇੱਕ ਨਾਂ ਸੀ ਸਾਡੇ ਜੀ, ਮੁਲਕ ਦਾ। ਅਗਰ ਉਹ ਹੋਰ ਕੁਝ ਵੀ ਨਾ ਗਾਉਂਦੇ, ਸਿਰਫ ਇਹ ਇੱਕੋ ਮਿਲੀ ਨਗਮਾ ਗਾ ਲੈਂਦੇ ਸਰ, ਬਿਲਕੁਲ। ਤੇ ਉਹਨਾਂ ਨੂੰ ਹਯਾਤ ਦੇਣ ਵਾਸਤੇ, ਉਹਨਾਂ ਨੂੰ ਸਲਾਮਤ ਰੱਖਣ ਵਾਸਤੇ ਇਹ ਇੱਕ ਹੀ ਮਿਲੀ ਨਗਮਾ ਬਹੁਤ ਸਾਰਾ ਸੀ। ਸਰ ਇੰਨਾ ਖੂਬਸੂਰਤ ਇਹਦਾ ਇੱਕ ਇੱਕ ਲਫ਼ਜ਼ ਔਰ ਇਹਦੀ ਸ਼ਾਇਰੀ ਜਿਨ੍ਹਾਂ ਨੇ ਲਿਖੀ, ਅੱਲਾਹ ਪਾਕ ਉਹਨਾਂ ਨੂੰ ਗਰੀ ਕੇ ਰਹਿਮਤ ਕਰੇ। ਇੰਨਾ ਖੂਬਸੂਰਤ ਉਹਨਾਂ ਨੇ ਲਿਖਿਆ, ਬਲਕਿ ਤੁਸੀਂ ਇੰਨਾ ਅੱਛਾ ਲਫ਼ਜ਼ ਕਹਿੰਦੇ ਹੋ ਕਿ ਮੈਡਮ ਨਸੀਮ ਬੇਗਮ ਨੇ ਪੜ੍ਹਿਆ, ਇੰਨਾ ਖੂਬਸੂਰਤ। ਅਸੀਂ ਚਾਹੁੰਦੇ ਹਾਂ ਕਿ ਇਹ ਅਸੀਂ ਉਹਨਾਂ ਗਾਜ਼ੀਆਂ ਦੇ ਨਾਲ ਨਾਲ ਉਹਨਾਂ ਸ਼ਹੀਦਾਂ ਨੂੰ ਸਲਾਮ ਪੇਸ਼ ਕਰੀਏ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਤੇ, ਜਿਨ੍ਹਾਂ ਨੇ ਆਪਣੀ ਜਾਨ ਇਸ ਧਰਤੀ ਤੋਂ ਵਾਰਤੀ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਔਰ ਉਹਨਾਂ ਨੇ ਇਸ ਧਰਤੀ ਦੀ ਹਿਫਾਜ਼ਤ ਆਪਣੀ ਮਾਂ ਤਰ੍ਹਾਂ ਕੀਤੀ। ਇਹ ਆਖਰੀ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਨਗਮਾ ਉਹਨਾਂ ਸਾਰੇ ਸ਼ਹੀਦਾਂ ਦੇ ਨਾਂ। ਔਰ ਤੁਹਾਡਾ ਬਹੁਤ ਸਾਰਾ ਸ਼ੁਕਰੀਆ, ਤੁਸੀਂ ਸਾਡਾ ਸਾਥ ਦਿੱਤਾ। ਅਮਨ ਅਲੀ ਵੱਲ ਵਧਦੇ ਹਾਂ ਔਰ ਨਸੀਮ ਬੇਗਮ ਜੀ ਦਾ ਗਾਇਆ ਹੋਇਆ, ਨਸੀਮ ਬੇਗਮ ਜੀ ਦਾ ਪੜ੍ਹਿਆ ਹੋਇਆ ਇਹ ਬਹੁਤ ਖੂਬਸੂਰਤ ਨਗਮਾ ਇਹਨਾਂ ਕੋਲ ਸੁਣਨੇ ਆ। ਐ ਰਾਹ ਹੱਕ ਕੇ ਸ਼ਹੀਦੋ वफा की तस्वीरों, तुम्हें वतन की हवाएं सलाम कहती हैं।
रसूल के आगे शहीद होके किया होगा सुरखरू तुमने जनाब हजरत ज़ैनब गवाही देती है शहीदों रखी है बहनों की आबरू तुमने वतन की बेटियां माएं सलाम कहती हैं ए राहे हक की